ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਪਿੰਡਾਂ 'ਚ ਨਾ ਹੁੰਦੇ ਨੇ ਕੜਮ ਚੌਧਰੀ, ਸਾਰੇ ਜਾਣਦੇ ਆ, ਮਤਲਬ ਬਿਨਾਂ ਮਤਲਬ ਉਹਨਾਂ ਨੇ ਟੰਗ ਅੜਾਉਣੀ ਹੁੰਦੀ ਹੈ। ਇਦਾਂ ਹੀ ਮੇਰੇ ਨਾਲ ਹੁੰਦਾ। ਸਵੇਰੇ ਸਵਖਤੇ ਜੇ ਸੁਪਨੇ ਦੇ ਵਿੱਚ ਮੈਨੂੰ ਏਜੀ ਪੰਜਾਬ ਵਿਨੋਦ ਘਈ ਹਲੂਣ ਕੇ ਜਗਾ ਲੈਂਦੇ, ਕਹਿੰਦੇ ਤੁਸੀਂ ਲੰਮੀਆਂ ਤਾਣੀ ਪਏ ਹੋ, ਸਟੇਟ ਸੰਕਟ 'ਚ ਹੈ। ਇਹ ਦੋਵੇਂ ਲੜ ਪਏ, ਮੈਨੂੰ ਦੱਸੋ ਮੈਂ ਕਿਹੜੇ ਪਾਲੇ 'ਚ ਖਲੋਣਾ। ਸੱਚਿਓ ਮੈਨੂੰ ਮਸਲਾ ਇੱਕ ਹੋਰ ਐਂਗਲ ਤੋਂ ਦਿਸਣ ਲੱਗ ਗਿਆ ਬਈ ਸੰਵਿਧਾਨਕ ਮੁਖੀ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਚੁਣੇ ਹੋਏ ਮੁਖੀ ਨੇ 3 ਕਰੋੜੀ ਭਗਵੰਤ ਮਾਨ ਜੀ, ਦੋਨਾਂ 'ਚ ਪੇਚ ਫਸ ਗਿਆ। ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ। ਸਰਕਾਰ ਵੱਲੋਂ ਵੀ ਇੱਕ ਅਧਿਕਾਰੀ ਵੱਲੋਂ ਪਲੀ ਲਈ ਗਈ ਕਿ ਕਹੋ ਜੀ ਇਹਨਾਂ ਨੂੰ ਲਾਰਡ ਸਾਹਿਬ ਨੂੰ ਵੀ ਏਦਾਂ ਨਾ ਕਰਨ, ਤੇ ਉਧਰਲੇ ਬੰਨੇ ਆਪਣੇ ਹੀ ਦੂਜੇ ਆਈਐਸ ਅਧਿਕਾਰੀ ਨੂੰ ਕਿਹਾ ਗਿਆ ਗਵਰਨਰ ਨੂੰ ਪਹੁੰਚਾਉਣ ਲਈ, ਪ੍ਰਿੰਸੀਪਲ ਸੈਕਟਰੀ ਟੂ ਗਵਰਨਰ। ਹੁਣ ਵੇਖਣ ਵਾਲੀ ਗੱਲ ਆ ਕਿ ਕਾਨੂੰਨ ਮੰਤਰਾਲਾ ਸਾਡਾ ਸਾਡੇ ਜਿਹੜੇ ਕਾਨੂੰਨੀ ਮਸ਼ੀਰ ਆ ਉਹ ਸਟੇਟ ਦੇ ਨੇ। ਹੁਣ ਇੱਕ ਸੰਵਿਧਾਨਕ ਮੁਖੀ, ਦੂਜਾ ਚੁਣਿਆ ਮੁਖੀ, ਤੇ ਦੂਜੇ ਬੰਨੇ ਸਾਡੇ ਏਜੀ ਸਾਹਿਬ ਨੂੰ ਸਹੁੰ ਵੀ ਗਵਰਨਰ ਚੁਕਾਉਂਦੇ ਨੇ, ਮਤਲਬ ਉਹਨਾਂ ਦੇ ਵੀ ਮਾਈ ਬਾਪ ਗਵਰਨਰ ਹੀ ਨੇ। ਜਦੋਂ ਸਰਕਾਰ ਅੱਜ ਆਪਣੇ ਹੀ ਗਵਰਨਰ ਦੇ ਖਿਲਾਫ ਸੁਪਰੀਮ ਕੋਰਟ 'ਚ ਖਲੋਊਗੀ ਆਪਣੇ ਵਕੀਲਾਂ ਰਾਹੀਂ, ਤੇ ਉਹ ਵਕੀਲ ਤੇ ਗਵਰਨਰ ਸਾਹਿਬ ਦੇ ਨੇ ਅਪੁਆਇੰਟ ਕੀਤੇ ਹੋਏ, ਗਵਰਨਰ ਸਾਹਿਬ ਵੱਲੋਂ ਕੌਣ ਖਲੋਊਗਾ? ਹੁਣ ਘਈ ਸਾਹਿਬ ਇੱਕ ਵਾਰੀ ਇਧਰੋਂ ਤੇ ਇੱਕ ਵਾਰੀ ਇਧਰੋਂ, ਹੁਣ ਇਹਨੂੰ ਕਿੱਦਾਂ ਲਈਏ ਗੱਲ ਨੂੰ? ਇਹਦੇ ਉੱਤੇ ਗੱਲ ਕਰਨੀ ਬੜੀ ਬਣਦੀ। ਗੱਲ ਮੁੱਦੇ ਦੀ ਨਹੀਂ, ਫੈਸਲਾ ਤਾਂ ਹੋ ਹੀ ਜਾਣਾ। ਕਦੇ ਸੈਸ਼ਨ ਵੀ ਡੱਕੇ ਗਏ, ਗਵਰਨਰ ਸਾਹਿਬ ਨੇ ਵੀ ਜੱਗੋਂ 13ਵੀਂ ਕੀਤੀ ਪਈ ਹੈ, ਉਹਨਾਂ ਨੇ ਹੌਲੀ ਜਿਹੀ ਖਿਸਕ ਜਾਣਾ ਵਿੱਚੋਂ ਦੀ ਵੀ ਮੈਂ ਤਾਂ ਕਿਹਾ ਹੀ ਨਹੀਂ, ਮੈਂ ਬੁਲਾਉਣਾ ਨਹੀਂ, ਮੈਂ ਪ੍ਰਵਾਨਗੀ ਨਹੀਂ ਦੇਣੀ, ਮੈਂ ਕਦੋਂ ਕਿਹਾ ਦਿਖਾਓ ਮੈਂ ਕਿੱਥੇ ਲਿਖਿਆ। ਲੇਕਿਨ ਇਹ ਕਹਿੰਦੇ ਅਸੀਂ ਬੱਜਿਆ ਇੰਜ ਲਿਖਿਆ, ਭਾਵੇਂ ਨਹੀਂ, ਇਹ ਚੋਂ ਸਮੈਲ ਇੰਜ ਆਉਂਦੀ ਆ। ਇਹ ਲੜਾਈ ਅੱਜ ਹੋਣੀ ਆ। ਇਸ ਲੜਾਈ ਦੇ ਵਿੱਚ ਅਗਲੀਆਂ ਤਰਜਾਂ ਤੇ ਤਾਰਾਂ ਛਿੜਨੀਆਂ ਨੇ, ਉਹਦੇ ਤੇ ਨਜ਼ਰ ਰੱਖਾਂਗੇ। ਵੈਸੇ ਅੱਜ ਸੁਣਵਾਈ ਮੋਸਟ ਪ੍ਰੋਬਬਲੀ ਆ ਸਕਦੀ ਹੈ, ਤੇ ਪਰ ਸਟੇਟ ਵਰਸਸ ਸਟੇਟ ਆਪਣਾ ਹੀ ਨਜ਼ਾਰਾ ਹੁੰਦਾ। ਸਾਰੇ ਦੇਸ਼ ਲਈ ਵੀ ਇੱਕ ਬੜਾ ਐਗਜ਼ੈਂਪਲਰੀ ਉਦਾਹਰਣੀ ਕੇਸ ਹੋਊਗਾ ਵੀ ਗਵਰਨਰ ਨੇ ਹਲਕਾ ਜਿਹਾ ਰੋਕਿਆ ਸੀ, ਸਟੇਟ ਨੇ ਉਹਦੀ ਰੋਕ ਦੇ ਉੱਤੇ ਵਿਆਖਿਆ ਮੰਗ ਲਈ। ਚਲੋ ਅੱਗੇ ਚੱਲਦੇ ਹਾਂ। ਦੂਜਾ ਮਾਮਲਾ, ਪੂਰੇ 19 ਦਿਨ ਪਹਿਲਾਂ ਲਗਭਗ 9 ਫਰਵਰੀ ਨੂੰ ਅਸੀਂ ਈਡੀ ਦੀ ਦੂਜੀ ਚਾਰਜ ਸ਼ੀਟ ਦੇ ਆਧਾਰ ਤੇ ਜਿਹੜੇ ਸਰੋਤ ਪੁਖਤਾ ਕਰ ਰਹੇ ਸੀ, ਇੱਕ ਪਬਲੀਕੇਸ਼ਨ ਨੇ ਉਹਨੂੰ ਪਬਲਿਸ਼ ਕੀਤਾ ਸੀਗਾ, ਜਿਹਦੇ ਵਿੱਚ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੰਜਾਬ ਤੇ ਕੁਝ ਦੋਸ਼ ਆ ਗਏ ਸੀਗੇ ਕਿ ਦਿੱਲੀ ਦੇ ਮਾਮਲੇ 'ਚ ਪੰਜਾਬ 'ਚ ਬਾਂਹ ਮਰੋੜੀ ਗਈ। ਆਰਮ ਟਵਿਸਟਿੰਗ ਅੰਗਰੇਜ਼ੀ ਵਾਲੇ ਕਹਿੰਦੇ ਆ, ਬਾਂਹ ਮਰੋੜੀ ਗਈ। ਦਿੱਲੀ ਦੇ ਵਿੱਚ 4 L1 ਲਾਇਸੈਂਸ ਸਰੈਂਡਰ ਕਰਾਉਣ ਲਈ ਪੰਜਾਬ ਦੀਆਂ 2 ਡਿਸਟਿਲਰੀਜ਼ 20 ਤੋਂ ਵੱਧ ਦਿਨਾਂ ਲਈ ਬੰਦ ਕਰਤੀਆਂ ਗਈਆਂ। ਜਿੰਨਾ ਚਿਰ ਤੱਕ ਦਿੱਲੀ ਦੇ ਵਿੱਚ ਮਾਮਲਾ ਸੈਟਲ ਨਹੀਂ ਹੋਇਆ, ਪੰਜਾਬ ਦੇ ਵਿੱਚ ਉਹ 2 ਡਿਸਟਿਲਰੀਜ਼ ਸ਼ਰਾਬ ਨਾਲ ਜੁੜੀਆਂ ਚੱਲਣ ਨਹੀਂ ਦਿੱਤੀਆਂ ਗਈਆਂ, ਤੇ ਫਿਰ ਉਹਨਾਂ ਕੋਲੋਂ ਜੁਰਮਾਨੇ ਭਰਵਾ ਕੇ ਸਹਿਮਤੀ ਬਣ ਗਈ। ਅਜੇ ਤੱਕ ਇਹਦੇ ਉੱਤੇ ਸਰਕਾਰ ਨੇ ਹਰਫ ਨਹੀਂ ਬੋਲਿਆ, ਇਹਦੇ ਤੇ ਸਰਕਾਰ ਨੇ ਇੱਕ ਅੱਖਰ ਨਹੀਂ ਬੋਲਿਆ। ਜੇਕਰ ਇਹ ਗੱਲ ਝੂਠੀ ਆ, ਇਹ ਪਬਲੀਕੇਸ਼ਨ ਜਾਂ ਈਡੀ ਦੇ ਸਰੋਤ ਗਲਤ ਨੇ, ਤਾਂ ਸਰਕਾਰ ਨੂੰ ਇਹਦਾ ਖੰਡਨ ਕਰ ਦੇਣਾ ਚਾਹੀਦਾ ਸੀ, ਤੇ ਅਸੀਂ ਉਹ ਸ਼ਬਦ ਵਾਪਸ ਲੈ ਲੈਣੇ ਸੀ ਸ਼ਰੀਫ ਬੱਚਿਆਂ ਵਾਂਗ। ਤੇ ਜੇਕਰ ਇਹ ਸੱਚ ਆ ਤੇ ਫਿਰ ਇਹਦਾ ਮਤਲਬ ਹੈ ਕਿ ਈਡੀ ਤੇ ਸੀਬੀਆਈ ਦੀ ਜਾਂਚ ਦਾ ਮੂੰਹ ਪੰਜਾਬ ਵੱਲ ਹੋ ਸਕਦਾ, ਤੇ ਫਿਰ ਉਹਦੀ ਗ੍ਰਿਫਤ ਵਿੱਚ ਇਕੱਲੇ ਆਈਐਸ ਅਫਸਰ, ਐਕਸਾਈਜ਼ ਨਾਲ ਜੁੜੇ ਅਧਿਕਾਰੀ ਜਾਂ ਸਾਡੇ ਸਿਆਸੀ ਬੰਦੇ ਵੀ ਆਉਣਗੇ। ਇੱਧਰ ਕਾਫੀ ਹਲਚਲ ਹੈ, ਤੇ ਪੰਜਾਬ ਦੇ ਉਸ ਏਰੀਏ 'ਚ ਜਿਹਨੂੰ ਚੰਡੀਗੜ੍ਹ ਕਹਿੰਦੇ, ਸਕੱਤਰੇਤ ਦੇ ਨਾਲ ਦਾ, 39 ਦੇ ਨਾਲ ਦਾ, ਜਿੱਥੇ ਕਿ ਜੇ ਸਾਡੇ ਅਫਸਰ ਰਹਿੰਦੇ ਆ, ਉੱਥੇ ਇੱਕ ਸਹਿਮ ਜਿਹਾ, ਇੱਕ ਖੌਫ ਜਿਹਾ। ਚੱਲ ਸਾਨੂੰ ਕੀ ਦੱਸ, ਅਸੀਂ ਤਾਂ ਚੰਡੀਗੜ੍ਹੋਂ ਬਾਹਰ ਰਹਿੰਦੇ ਆ, ਸਾਨੂੰ ਕੋਈ ਵੜਨ ਵੀ ਨਹੀਂ ਚੱਜ ਨਾਲ ਦਿੰਦਾ। ਮੈਂ ਤਾਂ ਉੱਥੇ ਇੱਕ ਵਾਰੀ ਸੋਚਿਆ ਵੀ ਕਿਰਾਏ ਦੀ ਕੋਠੀ ਲੈ ਲਈਏ, ਕਹਿੰਦੇ 3 ਲੱਖ ਤੋਂ ਥੱਲੇ ਕਿਰਾਇਆ ਹੀ ਹੈ ਨਹੀਂ। ਫਿਰ ਪਤਾ ਲੱਗਿਆ ਪੰਜਾਬ ਦੇ ਕਈ ਅਫਸਰਾਂ ਨੇ ਵੀ ਕੋਠੀਆਂ ਕਿਰਾਏ ਤੇ ਚਾੜੀਆਂ। ਮੈਂ ਕਿਹਾ ਚੱਲ ਆਪਣੇ ਇਹਨਾਂ ਨੂੰ ਪੁੱਛ ਲੈਨੇ, ਉਹਨਾਂ ਦਾ ਰੇਟ ਹੋਰ ਜ਼ਿਆਦਾ, ਕਿਉਂਕਿ ਉਹਦੇ ਵਿੱਚ ਇੰਟੀਰੀਅਰ ਬੜਾ ਸੋਹਣਾ ਹੈ। ਸੁਣਿਆ ਪੈਸੇ ਵੀ ਬਗਾਰਾਂ ਦੇ ਲੱਗ ਜਾਂਦੇ। ਚਲੋ ਛੱਡੋ, ਆਪਾਂ ਪਿਛਲੇ ਦਿਨਾਂ 'ਚ ਰੌਲੇ ਪਏ ਸੀ, ਤੁਹਾਨੂੰ ਯਾਦ ਹੀ ਹੋਣਾ, ਜੰਗਲਾਤ ਵਾਲੇ, ਲੱਕੜ ਵੀ। ਚਲੋ ਕਿਉਂ ਗੱਲਾਂ ਕਰਨੀਆਂ ਬਹੁਤੀਆਂ। ਹਵਾਰਾ ਸਾਹਿਬ ਦੇ ਮਾਮਲੇ 'ਚ ਕੱਲ ਸੁਣਵਾਈ ਹੋਈ, ਕਹਿੰਦੇ ਫਿਕਰ ਵਾਲੀ ਗੱਲ ਆ, ਆਉਂਦੇ ਜਾਂਦੇ ਮੁਸ਼ਕਿਲ ਆਊਗੀ, ਤੁਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰੀ ਚੱਲੋ। ਤੇ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਦਾਦ ਦੇਣੀ ਆ, ਉਹਨਾਂ ਨੇ ਕੋਲੇ ਦੇ ਮਾਮਲੇ ਦੇ ਵਿੱਚ ਹਰੀ ਝੰਡੀ ਕਰਾ ਲਈ। ਵੈਸੇ ਉੱਥੋਂ ਹੀ ਉਹਨਾਂ ਨੇ ਇੱਕ ਹੋਰ ਛੱਕਾ ਮਾਰਿਆ,
ਚੰਗੇ ਨੇ, ਬੋਲਣ ਚਾਲਣ ਨੂੰ ਤਗੜੇ, ਵਿਅੰਗ ਤਗੜਾ ਕਰਦੇ ਆ। ਅਸੀਂ ਤਾਂ ਕੋਸ਼ਿਸ਼ ਹੀ ਕਰਦੇ ਆ, ਫੜੇ ਜਾਂਦੇ ਆ ਵਿਅੰਗ ਕਰਨ ਲਈ। ਉਹਨਾਂ ਨੇ ਸਾਫ਼ ਕਿਹਾ ਵੀ ਗਵਰਨਰ ਹਾਊਸ ਦੇ ਆਸੇ-ਪਾਸੇ ਜਾ ਕੇ ਵੇਖ ਲਓ, ਉੱਥੇ ਮੰਡਰਾਉਂਦੇ ਫਿਰਦੇ ਨੇ ਅਮਰਿੰਦਰ, ਜਾਖੜ, ਆ ਹੋਰ 3-4 ਨਾਂ ਲਏ ਆ, ਕਾਤੋਂ ਲੈਣੇ, ਗੁੱਸੇ ਹੋ ਜਾਣਗੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਅੱਜ ਗਵਰਨਰ ਸਾਹਿਬ ਵੱਲੋਂ ਆਪਣਾ ਕਿਹੜਾ ਵਕੀਲ ਪੇਸ਼ ਹੋਊ ਜਾਂ ਉਹਨਾਂ ਨੂੰ ਨਿੱਜੀ ਹੈਸੀਅਤ 'ਚ ਕਰਨਾ ਪਊ? ਇਹ ਨਾ ਹੋਵੇ ਕਿ ਉਹ ਯੂਟੀ ਵੱਲੋਂ, ਚੰਡੀਗੜ੍ਹ ਵੱਲੋਂ ਕਰਨ, ਜਾਂ ਉਹਨਾਂ ਨੂੰ ਫਿਰ ਕੇਂਦਰ ਕਰਕੇ ਦਵੇ ਗਵਰਨਰ ਸਾਡੇ ਏਜੀ ਨੂੰ ਅਪੁਆਇੰਟ ਕਰਨ, ਵਕੀਲ ਬਾਹਰੋਂ ਲੈਣੇ ਪੈਣਗੇ। ਥੋੜੀ ਦੇਰ ਬਾਅਦ ਪਤਾ ਲੱਗ ਜੂ ਕਿ ਸਟੇਟ ਕਿੱਦਾਂ ਲੜਦੀ ਆਪਸ ਵਿੱਚ। ਰੰਧਾਵਾ ਸਾਹਿਬ, ਇਹ ਜਿਹੜਾ ਕੱਲ ਸੁਪਰੀਮ ਕੋਰਟ 'ਚ ਕੇਸ ਹੋਇਆ ਹੈ, ਐਡੀਸ਼ਨਲ ਚੀਫ ਸੈਕਟਰੀ ਜਿਹੜੇ ਸਰਬਜੀਤ ਸਿੰਘ ਹੈਗੇ ਆ ਪਾਰਲੀਮੈਂਟਰੀ ਅਫੇਅਰਸ ਦੇ, ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਟੂ ਗਵਰਨਰ ਉਹਨਾਂ ਨੂੰ ਧਿਰ ਬਣਾ ਕੇ ਕੀਤਾ ਹੈਗਾ। ਦੋਨੋਂ ਹੀ ਦੇਖੋ ਆਈਐਸ ਪੰਜਾਬ ਸਰਕਾਰ ਦੇ ਨੇ, ਬੇਸ਼ੱਕ ਉਹ ਡੈਪੂਟੇਸ਼ਨ ਤੇ ਨੇ ਇਸ ਟਾਈਮ ਗਵਰਨਰ ਸਾਹਿਬ ਕੋਲੇ, ਲੇਕਿਨ ਪੰਜਾਬ ਦੇ ਹੀ ਨੇ। ਉਧਰੋਂ ਵੀ ਦੋਨੋਂ ਮੁਖੀ ਜਿਹੜੇ ਹੈਗੇ ਨੇ, ਜੇ ਆਪਾਂ ਉਹਨਾਂ ਨੂੰ ਧਿਰਾਂ ਵਜੋਂ ਗਿਣਿਆ ਜਾਏ ਤਾਂ ਵੀ ਉਹ ਦੋਨੋਂ ਧਿਰਾਂ ਪੰਜਾਬ ਦੀਆਂ ਹੀ ਨੇ। ਇੱਕ ਸੰਵਿਧਾਨਿਕ ਸਟੇਟ ਦਾ ਮੁਖੀ ਹੈ ਔਰ ਦੂਸਰਾ ਚੁਣੀ ਹੋਈ ਸਰਕਾਰ ਦਾ ਮੁਖੀ ਹੈ। ਪਹਿਲੀ ਵਾਰ ਇਸ ਤਰ੍ਹਾਂ ਦਾ ਮਾਮਲਾ ਆਇਆ। ਮੈਨੂੰ ਲੱਗਦਾ ਕਿ ਇਹ ਇਕੱਲੇ ਪੰਜਾਬ ਲਈ ਨਹੀਂ, ਪੂਰੇ ਦੇਸ਼ ਵਾਸਤੇ ਇੱਕ ਦੇਖਣ ਵਾਲਾ ਇਸ਼ੂ ਹੋਊਗਾ ਜਾਂ ਸਮਝਣ ਵਾਲਾ ਇਸ਼ੂ ਹੋਊਗਾ, ਕਿਉਂਕਿ ਗਵਰਨਰ ਤੇ ਚੀਫ ਮਿਨਿਸਟਰ ਕਈ ਸਰਕਾਰਾਂ ਦੇ ਆਪਸ ਚ ਸਟੇਟਾਂ ਦੇ ਲੜ ਰਹੇ ਆ, ਤੇ ਉਹਦੇ ਵਿੱਚ ਹੁਣ ਇਹ ਦੇਖਣ ਵਾਲਾ ਹੋਊਗਾ ਕਿ ਕਿਹਦੇ ਲਈ ਕੌਣ ਲੜੇਗਾ। ਇਹ ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈ ਕਿ ਐਡਵੋਕੇਟ ਜਨਰਲ ਹੋਰਾਂ ਦੀ ਟੀਮ ਨੇ ਹੀ ਸਾਰਾ ਇਹ ਕੇਸ ਤਿਆਰ ਕੀਤਾ ਹੈ। ਇਟ ਮੀਨਸ ਉਹ ਤਾਂ ਪੰਜਾਬ ਵੱਲੋਂ ਹੀ ਲੜ ਰਹੇ ਨੇ। ਤਾਂ ਇਹ ਜਿਹੜਾ ਗਵਰਨਰ ਹੈ, ਇਹਨੂੰ ਸ਼ਾਇਦ ਇਹ ਆਪਣਾ ਹੀ ਵਕੀਲ ਕਰਨਾ ਪਏਗਾ। ਪਰ ਇਹ ਬੜੀ ਦਿਲਚਸਪ ਹੈ ਕਿ ਉਹ ਆਪਣਾ ਵਕੀਲ ਕਰਨਗੇ ਜਦੋਂ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਆਪਣੀ ਐਡੀ ਵੱਡੀ ਟੀਮ ਹੈਗੀ ਹੈ। ਸੋ ਇਹ ਬਹੁਤ ਦਿਲਚਸਪ ਹੋਊਗਾ ਅੱਜ ਦੇਖਣਾ। ਸੁਪਰੀਮ ਕੋਰਟ ਦੇ ਵਿੱਚ ਅੱਜ ਲੱਗਿਆ ਔਰ ਸਰਕਾਰ ਨੇ ਇਹ ਕਿਹਾ ਵੀ ਹੈ ਕਿ ਇਹਨੂੰ ਜਲਦੀ ਸੁਣਵਾਈ ਕੀਤੀ ਜਾਏ, ਕਿਉਂਕਿ ਅਸੀਂ 3 ਤਰੀਕ ਨੂੰ ਸੈਸ਼ਨ ਬੁਲਾਇਆ ਹੋਇਆ ਔਰ ਅੱਜ 28 ਤਰੀਕ ਨੂੰ ਕੈਬਨਿਟ ਵੀ ਹੈਗੀ ਹੈ। ਉਹਦੇ ਵਿੱਚ ਜਿਹੜੇ ਇਹਦੇ ਵਿੱਚ ਸੈਸ਼ਨ ਦੇ ਵਿੱਚ ਬਿੱਲ ਆਣੇ ਨੇ, ਅੱਜ ਉਹਨਾਂ ਬਿੱਲਾਂ ਨੂੰ ਵੀ ਮਨਜ਼ੂਰੀ ਦੇਣੀ ਹੈ। ਪਰ ਜੇ ਹਜੇ ਸੈਸ਼ਨ ਹੀ ਨਹੀਂ ਕਾਲ ਹੋਇਆ ਤਾਂ ਉਹਦੇ ਲਈ ਵੀ ਦਿੱਕਤ ਹੋਏਗੀ, ਕਿਉਂਕਿ ਪਹਿਲਾ ਦਿਨ ਹੀ ਜਿਹੜਾ ਹੈਗਾ ਉਹ ਗਵਰਨਰ ਐਡਰੈਸ ਤੋਂ ਸ਼ੁਰੂ ਹੋਣਾ ਹੈ। ਰਾਜਪਾਲ ਨੇ ਆਪਣਾ ਹੀ ਅਭਿਭਾਸ਼ਣ ਉੱਥੇ ਪੜ੍ਹਨਾ ਹੈ। ਸੋ ਇਹ ਬਹੁਤ ਉਲਝਿਆ ਹੋਇਆ ਜਿਹਾ ਮਾਮਲਾ ਹੈ। ਅੱਜ ਇੰਦਰਪ੍ਰੀਤ ਜੀ, ਗਵਰਨਰ ਪੰਜਾਬ ਇਸ ਸੁਣਵਾਈ ਤੋਂ ਬਾਅਦ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਵੀ ਇੱਕ ਚਿੱਠੀ ਕੱਢ ਸਕਦੇ ਆ ਕਿ ਤੁਸੀਂ ਮੈਨੂੰ ਜਵਾਬ ਦਿਓ, ਮੇਰੇ ਖਿਲਾਫ ਆਏ ਕੇਸ ਦੇ ਵਿੱਚ ਤੁਸੀਂ ਇਹ ਪੈਰਵਾਈ ਕਿਉਂ ਨਹੀਂ ਕੀਤੀ, ਮੈਨੂੰ ਇਹਦੇ ਸੰਬੰਧੀ ਸਪਸ਼ਟੀਕਰਨ ਦਿਓ। ਇਹ ਵੀ ਹੋ ਸਕਦਾ ਕਿ ਨਹੀਂ? ਬਿਲਕੁਲ ਦੇਖੋ, ਇਸ ਟਾਈਮ ਤਾਂ ਬਹੁਤ ਕੁਝ ਇਹ ਨਵਾਂ ਹੀ ਹੋ ਰਿਹਾ ਹੈ। ਇਹਦੇ ਕਰਕੇ ਜਿਹੜਾ ਸਵਾਲ ਉਠਾਇਆ ਹੈ, ਉਹ ਕੋਈ ਜ਼ਰੂਰੀ ਨਹੀਂ ਹੈ ਕਿ ਗਵਰਨਰ ਸਾਹਿਬ ਆਪਣੇ ਐਡਵੋਕੇਟ ਜਨਰਲ ਨੂੰ ਵੀ ਪੁੱਛਣ ਵੀ ਇਹ ਕੀ ਕਰ ਰਿਹਾ ਤੂੰ। ਸੋ ਜਿਹੜਾ ਮੈਂ ਕਰ ਰਿਹਾ ਸੀਗਾ, ਉਹ ਗੱਲ ਕਰ ਰਿਹਾ ਸੀ, ਮੈਂ ਇਹ ਕਹਿ ਰਿਹਾ ਸੀਗਾ ਕਿ ਹਜੇ ਤੱਕ ਇਸ 'ਚ ਇੱਕ ਤਕਨੀਕੀ ਪਹਿਲੂ ਹੋਰ ਹੈਗਾ ਇਸ ਕੇਸ ਦੇ ਵਿੱਚ, ਕਿ ਹਜੇ ਤੱਕ ਗਵਰਨਰ ਸਾਹਿਬ ਨੇ ਜਵਾਬ ਨਹੀਂ ਦਿੱਤਾ ਹੈਗਾ। ਮਤਲਬ ਉਹਨਾਂ ਨੇ ਮਨਾ ਨਹੀਂ ਕੀਤਾ ਕਿ ਮੈਂ ਸੈਸ਼ਨ ਨਹੀਂ ਬੁਲਾ ਰਿਹਾ। ਤਾਂ ਇੱਥੇ ਇੱਕ ਛੋਟਾ ਜਿਹਾ ਟੈਕਨੀਕਲ ਇਸ਼ੂ ਆਊਗਾ ਉੱਥੇ, ਜਦੋਂ ਉੱਥੇ ਸੁਪਰੀਮ ਕੋਰਟ ਵੀ ਪੁੱਛੇਗੀ ਕਿ ਕਿੱਥੇ ਹੈ ਜਿੱਥੇ ਗਵਰਨਰ ਨੇ ਨਾ ਕੀਤੀ ਹੈ, ਤਾਂ ਮੈਨੂੰ ਲੱਗਦਾ ਕਿ ਉਹ ਦਿਖਾਣਾ ਵੀ ਗਵਰਨਮੈਂਟ ਲਈ ਔਖਾ ਹੋ ਜਾਏਗਾ। ਇਸੇ ਕਰਕੇ ਤੁਹਾਨੂੰ ਧਿਆਨ 'ਚ ਹੋਏਗਾ 2-3 ਦਿਨ ਪਹਿਲਾਂ ਹੀ ਜਿਹੜੇ ਸਾਬਕਾ ਡਿਪਟੀ ਸਪੀਕਰ ਹੈਗੇ ਆ ਬੀਰ ਦਵਿੰਦਰ ਜੀ, ਉਹਨਾਂ ਨੇ ਇਹ ਇਸ਼ੂ ਉਠਾਇਆ ਵੀ ਸੀ। ਉਹਨਾਂ ਨੇ ਕਿਹਾ ਸੀ ਵੀ ਸਰਕਾਰ ਅਗਰ ਸੁਪਰੀਮ ਕੋਰਟ 'ਚ ਜਾਣਾ ਚਾਹੁੰਦੀ ਹੈ ਤਾਂ 3 ਤਰੀਕ ਤੋਂ ਬਾਅਦ ਹੀ ਜਾ ਸਕਦੀ ਹੈ, ਪਹਿਲਾਂ ਨਹੀਂ ਜਾ ਸਕਦੀ, ਕਿਉਂਕਿ ਹਜੇ ਗਵਰਨਰ ਨੇ ਮਨਾ ਨਹੀਂ ਕੀਤਾ ਹੈ। ਉਹਨੇ ਕਿਹਾ ਵੀ ਮੈਂ ਆਪਣੇ ਕਾਨੂੰਨੀ ਸਲਾਹ ਲੈ ਕੇ ਕਾਲ ਕਰੂੰਗਾ। ਸੋ ਉੱਥੇ ਸੁਪਰੀਮ ਕੋਰਟ ਹੁਣ ਕੀ ਕਾਲ ਲੈਂਦੀ ਹੈ? ਦੇਖੋ, ਕਾਲ ਤਾਂ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਜਟ ਸੈਸ਼ਨ ਹੈ। ਜੇ ਦੂਜੇ ਕੋਈ ਸੈਸ਼ਨ ਹੁੰਦੇ ਤਾਂ ਚੱਲ ਸਕਦਾ ਸੀ, ਬਜਟ ਸੈਸ਼ਨ ਨੂੰ ਕਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤੁਹਾਨੂੰ ਧਿਆਨ 'ਚ ਹੋਊਗਾ ਕਿ ਜੇ ਬਜਟ ਗਿਰ ਜੇ ਤਾਂ ਸਰਕਾਰ ਗਿਰ ਸਕਦੀ ਹੈ, ਜੇ ਬਜਟ ਪਾਸ ਨਾ ਹੋਏ ਤਾਂ ਸਰਕਾਰ ਗਿਰ ਸਕਦੀ ਹੈ, ਤੇ ਜੇ ਸੈਸ਼ਨ ਹੀ ਨਾ ਹੋਏ ਫਿਰ ਤਾਂ ਉਹਦੇ ਤਾਂ ਫਿਰ ਟ੍ਰੈਜਰੀ ਨੂੰ ਤਾਲੇ ਲੱਗ ਜਾਣਗੇ ਜੇ ਸੈਸ਼ਨ ਹੀ ਨਹੀਂ ਹੋ ਰਿਹਾ, ਕਿਉਂਕਿ ਜਿਹੜੀ ਖਰਚੇ ਦੀ ਹੈ ਉਹ ਹੈਗੀ ਹੈ, ਉਹ 31 ਮਾਰਚ ਤੱਕ ਮਿਲੀ ਹੋਈ ਹੈ। ਅੱਗੇ ਵੀ ਜੇ ਜਾਣਾ ਹੈ ਤਾਂ ਵੀ ਉਹ ਸੈਸ਼ਨ ਦੇ ਵਿੱਚੋਂ ਹੀ ਹੋ ਕੇ ਜਾਣਾ ਪਊਗਾ। ਸੋ ਮੈਨੂੰ ਲੱਗ ਰਿਹਾ ਕਿ ਇਹ ਬਹੁਤ ਹੀ ਦਿਲਚਸਪ ਮਾਮਲਾ ਇਕੱਲੇ ਪੰਜਾਬ ਵਾਸਤੇ ਨਹੀਂ ਹੈ, ਪੂਰੇ ਕੰਟਰੀ ਵਾਸਤੇ ਹੈ ਕਿ ਇਹਦੇ 'ਚ ਹੋਏਗਾ ਕੀ ਕਿਉਂਕਿ ਫਸਟ ਟਾਈਮ ਹੋ ਰਿਹਾ ਇਸ ਤਰ੍ਹਾਂ ਦੀ ਚੀਜ਼, ਤੇ ਇਹ ਦੇਖਣਾ ਹੋਊਗਾ ਵੀ ਅੱਜ ਸੁਪਰੀਮ ਕੋਰਟ ਜਿਹੜਾ ਹੈਗਾ ਉਸ ਤੇ ਕੀ ਉਹ ਲੈਂਦੀ ਹੈ ਡਿਸੀਜਨ। ਇਤਿਹਾਸ ਦੀਆਂ ਤੰਗ ਤੇ ਬਦਨਾਮ ਗਲੀਆਂ ਥਾਣੀ ਲੰਘਦਿਆਂ ਜੇਕਰ ਝਾਤੀ ਮਾਰੋਗੇ ਇੱਧਰ ਉੱਧਰ, ਤਾਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਜਟ ਵਾਲੇ ਦਿਨ ਡਿੱਗੀ ਸੀ ਜਦੋਂ ਉਹਨਾਂ ਦੇ ਆਪਣੇ ਬੰਦਿਆਂ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ। ਦੂਜੀ ਗੱਲ, ਭਾਸਕਰ ਸਾਹਿਬ,
ਜੇ ਮੈਂ ਗਵਰਨਰ ਹੁੰਦਾ, ਮੰਨ ਲਓ, ਐਵੇਂ ਖੁਰਾਫਾਤੀ ਆਈਡੀਆ ਹੈ ਨਾ, ਅਸੀਂ ਹਾਸੇ ਠੱਠੇ 'ਚ ਹੀ ਗੱਲ ਕਰਦੇ ਹਾਂ, ਸਾਡੀ ਕਿਹੜੀ ਕੋਈ ਇੰਨੀ ਔਕਾਤ ਹੈ, ਵੁਕਤ ਹੈ। ਜੇ ਮੈਂ ਹੁੰਦਾ ਤੇ ਮੈਂ ਅੱਜ ਸੁਣਵਾਈ ਤੋਂ ਪਹਿਲਾਂ ਏਜੀ ਸਾਹਿਬ ਨੂੰ ਜੇ ਤਲਬ ਕਰ ਲੈਂਦਾ ਵੀ ਜਾਓ ਮੇਰਾ ਕੇਸ ਲੜੋ, ਜਾ ਕੇ ਦਿਓ ਜਵਾਬ, ਮੇਰੇ ਕੋਲ ਹੋਰ ਵੱਡਾ ਸੰਕਟ ਹੋ ਜਾਣਾ ਸੀ। ਕਿਉਂਕਿ ਗੱਲ ਤੇ ਇੱਕੋ ਹੀ ਗੱਲ ਆ ਵੀ ਜਿਹੜੀਆਂ ਤਾਕਤਾਂ ਗਵਰਨਰ ਨੂੰ ਭਾਰਤੀ ਸੰਵਿਧਾਨ ਦੇ ਰਿਹਾ, ਹਾਲਾਂਕਿ ਗਵਰਨਰ ਸਾਹਿਬ ਕਰ ਰਹੇ ਆ ਜ਼ਿਆਦਤੀ, ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਇਸ ਸਤਰ ਨੂੰ, ਸੈਸ਼ਨ ਨੂੰ ਨਹੀਂ ਸੀ ਰੋਕਣਾ ਚਾਹੀਦਾ, ਮਤਲਬ ਰੋਕਣ ਦੀ ਤੇ ਅਜੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਦੇ ਦੇਣੀ ਚਾਹੀਦੀ ਸੀ ਪ੍ਰਵਾਨਗੀ ਦਿੰਦੇ ਆ, ਪੱਤਰ 'ਚ ਲਿਖ ਦਿੰਦੇ ਕਿ ਮੁੱਖ ਮੰਤਰੀ ਸਾਹਿਬ 28 ਤਰੀਕ ਦਾ ਅਲਟੀਮੇਟਮ ਆ, ਤੁਹਾਨੂੰ ਜਵਾਬ ਦਿਓ, ਨਹੀਂ ਤੇ ਮੈਂ ਕਾਨੂੰਨੀ ਕਾਰਵਾਈ ਕਰਨ ਲਈ, ਸਲਾਹ ਲੈਣ ਲਈ ਮਜਬੂਰ ਹੋਊਂਗਾ। ਹੁਣ ਜੇਕਰ ਇਹ ਪੰਗਾ ਇਸ ਤਰੀਕੇ ਨਾਲ ਫਸ ਜਾਂਦਾ, ਸਾਡੇ ਪਿੰਡਾਂ ਦੀ ਇੱਕ ਹੋਰ ਗੱਲ ਆ, ਵਿਆਹ 'ਚ ਬੀਜ ਦਾ ਲੇਖਾ ਪਾਉਣਾ। ਮੈਨੂੰ ਸੱਦਿਆ ਤੇ ਹੈ ਨਹੀਂ, ਆਪਾਂ ਚੋਂ ਕਿਸੇ ਨੂੰ ਵੀ ਨਹੀਂ ਸੱਦਿਆ, ਗਵਰਨਰ ਸਾਹਿਬ ਨੇ, ਸਾਡੇ ਨਾਲ ਕਿਹੜੀ ਉਹਨਾਂ ਦੀ ਜਾਣ ਪਛਾਣ ਹੈ, ਪਰ ਪਤਾ ਲੱਗਿਆ ਵੀ ਉਹਨਾਂ ਦੇ ਕਿਤੇ ਕੋਈ ਵਿਆਹ ਸ਼ਿਆ ਹੈਗਾ, ਉਸੇ ਤੇ ਨਹੀਂ ਆਣ ਕੇ ਪੰਜਾਬ ਸਰਕਾਰ ਨੇ ਨੌਕ ਕਰਤਾ ਦਰਵਾਜ਼ਾ, ਆ ਲੋ ਸੰਮਣ ਜੀ। ਘਰ ਦੇ ਵਿੱਚ ਖੁਸ਼ੀ ਦੇ ਵਿੱਚ ਥੋੜਾ ਜਿਹਾ ਨਾਲ ਚਿੰਤਾ ਦੀਆਂ ਲਕੀਰਾਂ, ਅਗਲਿਆਂ ਨੂੰ ਅੱਗੇ ਨਾਲੋਂ ਔਖਿਆਈ ਵੱਧ ਹੋਈ ਹੋਣੀ ਹੈ, ਲੜਾਈ ਤਿੱਖੀ ਹੋਊਗੀ। ਵੈਸੇ ਭਾਸਕਰ ਸਾਹਿਬ ਆਪਣੇ ਅੰਦਾਜ਼ ਵਿੱਚ ਇਹਨੂੰ ਵਿਖਿਆਨ ਕਰੋ ਵੀ ਜਦੋਂ ਸੁਪਰੀਮ ਕੋਰਟ 'ਚ ਭਿੜਨਗੇ ਤੇ ਗਵਰਨਰ ਸਾਹਿਬ ਵੱਲੋਂ ਕਿਹੜੇ ਵਕੀਲ ਹੋਣਗੇ, ਵੀ ਦਿਲਚਸਪ ਦੇਖਣਾ। ਕੀ ਉਹ ਕੇਂਦਰ ਦੇ ਨੇੜਲੇ ਕੋਈ ਹੋਣਗੇ, ਕੋਈ ਭਾਰਤ ਸਰਕਾਰ ਦਾ ਵਕੀਲ ਹੋਊਗਾ ਅਧਿਕਾਰਤ, ਜਾਂ ਪ੍ਰਾਈਵੇਟ ਤੌਰ ਤੇ ਗਵਰਨਰ ਸਾਹਿਬ ਕਰਨਗੇ ਤੇ ਬਾਅਦ ਦੇ ਵਿੱਚ ਏਜੀ ਸਾਹਿਬ ਨੂੰ ਸ਼ਿਕਵੇ ਭਰੀ ਚਿੱਠੀ ਲਿਖਣਗੇ ਵੀ ਜਿੱਦਣ ਮੈਨੂੰ ਲੋੜ ਸੀ ਭਾਊ ਉਦਣ ਤਾਂ ਆਇਆ ਨਾ। ਹੁਣ ਮੈਨੂੰ ਸੀਨ ਯਾਦ ਆਉਂਦਾ ਸੁਪਰੀਮ ਕੋਰਟ ਦਾ, ਜਿਹਦੇ ਵਿੱਚ ਸਾਡੇ ਸਰਬਜੀਤ ਸਿੰਘ, ਦੂਜੇ ਪਾਸੇ ਰਾਖੀ ਭੰਡਾਰੀ, ਜਾਂ ਫਿਰ ਜੇ ਗਵਰਨਰ ਸਾਹਿਬ ਕੋਈ ਹੋਰ ਵਕੀਲ ਨਹੀਂ ਕਰਦੇ ਤੇ ਮੰਨ ਲਓ ਕਿ ਏਜੀ ਆਫਿਸ ਦਾ ਹੀ ਵਕੀਲ ਇਸ ਪਾਸੋਂ ਵੀ ਤੇ ਉਸ ਪਾਸੋਂ ਵੀ ਅਗਰ ਰਿਪਰੈਜ਼ੈਂਟ ਕਰਦਾ ਹੈ, ਤੇ ਇੱਕ ਕਟਹਿਰੇ ਦੇ ਵਿੱਚੋਂ ਇਹ ਪਲੀਜ਼ ਦਿੱਤੀ ਜਾਏਗੀ, ਦੇਖੋ ਜੀ ਗਵਰਨਰ ਸਾਹਿਬ ਨੇ ਸੈਸ਼ਨ ਬੁਲਾਉਣ ਵਾਸਤੇ ਨਾ ਕਰਤਾ, ਔਰ ਉਹ ਵਿਅਕਤੀ ਜਿਹੜਾ ਇਹ ਇਲਜ਼ਾਮ ਲਾ ਰਿਹਾ ਹੋਏਗਾ ਭੱਜ ਕੇ ਦੂਜੇ ਕਟਹਿਰੇ ਦੇ ਵਿੱਚ ਜਾਏਗਾ, ਉਹ ਦੱਸੋ ਜੀ ਗਵਰਨਰ ਸਾਹਿਬ ਨੇ ਮਨਾ ਕਦੋਂ ਕੀਤਾ। ਫਿਰ ਉਹ ਉੱਥੇ ਜਾਏਗਾ, ਨਹੀਂ ਜੀ ਇਹਨਾਂ ਨੇ ਕਿਹਾ ਕਿ ਲੀਗਲ ਕੰਸਲਟੇਸ਼ਨ ਲਊਂਗਾ, ਉਹ ਕਿਹਾ ਵੀ ਹਜੇ ਮੈਂ ਲਿਖਤੀ ਨਹੀਂ ਤੇ 3 ਤਰੀਕ ਨੂੰ ਸੈਸ਼ਨ ਬੁਲਾਣਾ, ਮੈਂ ਜਵਾਬ ਦੇ ਦੂੰਗਾ। ਫਿਰ ਗਵਰਨਰ ਸਾਹਿਬ ਵਾਲੇ ਕਟਹਿਰੇ ਤੋਂ ਇੱਕ ਗੱਲ ਆਏਗੀ ਕਿ ਜਿਹੜੀ ਚਿੱਠੀ ਮੈਂ ਲਿਖੀ ਸੀਗੀ ਉਹਦਾ ਜਵਾਬ ਨਹੀਂ ਦਿੱਤਾ, ਔਰ ਜਵਾਬ ਬੜੇ ਅਪਮਾਨਜਨਕ ਸ਼ਬਦਾਂ ਦੇ ਨਾਲ ਇਹ ਕਹਿ ਕੇ ਕਿ ਵੀ 3 ਕਰੋੜ ਪੰਜਾਬੀਆਂ ਨੂੰ ਰਿਸਪੌਂਸੀਬਲ ਆ, ਗਵਰਨਰ ਨੂੰ, ਹਾਲਾਂਕਿ ਸਹੁੰ ਮੈਂ ਚੁਕਾਈ ਸੀ, ਯਾਨੀ ਗਵਰਨਰ ਸਾਹਿਬ ਦੀ ਹਫ਼ਤੇ ਹੈ ਕਿ ਕਿਹਾ ਜਾ ਸਕਦਾ ਹੈ। ਫਿਰ ਭੱਜ ਕੇ ਉੱਥੇ ਜਾਣਗੇ ਕਿ ਜੀ ਅਸੀਂ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ ਜਿਹੜੇ ਬੜੇ ਫਿਸ਼ੀ ਟਾਈਪ ਦੇ, ਔਰ ਇੱਕ ਤਰੀਕੇ ਨਾਲ ਉਸ ਪ੍ਰੋਸੀਜਰ ਦੇ ਉੱਤੇ ਸਵਾਲ ਉਠਾਉਂਦੇ ਨੇ ਜਿਹੜਾ ਗਵਰਨਮੈਂਟ ਦਾ ਇੱਕ ਬਿਜ਼ਨਸ ਹੈਗਾ। ਫਿਰ ਭੱਜ ਕੇ ਇੱਥੇ ਆਣਗੇ ਕਿ ਜੀ ਮੈਨੂੰ ਇਹ ਦੱਸੋ ਕਿ ਮੇਰੇ ਸਵਾਲਾਂ ਦੇ ਵਿੱਚ ਗਲਤੀ ਕੀ ਸੀ। ਹੁਣ ਜਿਹੜਾ ਸੁਪਰੀਮ ਕੋਰਟ ਦਾ ਇੰਟਰਵੈਂਸ਼ਨ ਹੁੰਦਾ, ਉਹ ਪੁੱਛਦੇ ਨੇ ਕਿ ਵੀ ਜਵਾਬ ਕਿਉਂ ਨਹੀਂ ਦਿੱਤਾ ਜੀ ਉਹ ਲੈਟਰ ਦਾ। ਉਹ ਕਹਿੰਦੇ ਜੀ ਜਵਾਬ ਇਸ ਕਰਕੇ ਨਹੀਂ ਦਿੱਤਾ, ਜਿਹੜੀ ਜਵਾਬ ਦਿੱਤਾ ਸੀਗਾ ਕਿ ਅਸੀਂ 3 ਕਰੋੜ ਜਨਤਾ ਤੋਂ ਅਕਾਊਂਟੇਬਲ ਹੈਗੇ ਆ, ਤੇ ਫਿਰ ਅਸੀਂ ਗਵਰਨਰ ਸਾਹਿਬ ਜਿਹੜੇ ਸਿਲੈਕਟਡ ਹੈਗੇ ਨੇ, ਉਹ ਅਸੀਂ ਇਲੈਕਟਡ ਹੈਗੇ ਆ, ਜਿਹੜੀ ਗੱਲ ਉਹਨਾਂ ਨੇ ਆਪਣੇ ਉਹਦੇ 'ਚ ਲਿਖੀ ਸੀ। ਤੇ ਸੁਪਰੀਮ ਕੋਰਟ ਤੋਂ ਇਹ ਵੀ ਹੁਕਮ ਆ ਸਕਦਾ ਵੀ ਜਵਾਬ ਦਿਓ, ਜਿਹੜੀ ਇਨਫੋਰਮੇਸ਼ਨ ਮੰਗਦੇ ਨੇ ਉਹ ਦੇ ਦਿਓ। ਉੱਥੇ ਹੋ ਸਕਦਾ ਹੱਥ ਬਨ ਕੇ ਕਹਿਣਗੇ ਦੇ ਦਾਂਗੇ ਜੀ ਜਵਾਬ। ਫਿਰ ਬਾਅਦ 'ਚੋਂ ਗਵਰਨਰ ਸਾਹਿਬ ਨੂੰ ਪੁੱਛਿਆ ਜਾਏਗਾ ਵੀ 3 ਤਰੀਕ ਦੇ ਸੈਸ਼ਨ ਦੀ ਤੁਸੀਂ ਇਜਾਜ਼ਤ ਦੇ ਦਿਓ, ਉਹ ਕਹਿੰਦੇ ਠੀਕ ਹੈ ਜੀ ਆਪਾਂ ਦੇ ਦਿੰਦੇ ਆ। ਲੇਕਿਨ ਨਾਲ ਦੇ ਨਾਲ ਸਰਕਾਰ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਤੁਹਾਡੇ ਕੋਲ ਤੇ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈਗਾ, ਜਦ ਗਵਰਨਰ ਸਾਹਿਬ ਇੱਕ ਵਾਰ ਤੁਸੀਂ ਕਹਿੰਦੇ ਹੋ ਕਿ ਮਨਾ ਕਰਤਾ ਉਹਨਾਂ ਨੇ ਸੈਸ਼ਨ ਬੁਲਾਉਣ ਵਾਸਤੇ, ਤੇ ਦੂਜੀ ਵਾਰ ਤੁਸੀਂ ਆਪਣੀ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਸੈਸ਼ਨ ਨੂੰ ਬੁਲਾਏ ਜਾਣ ਵਾਸਤੇ ਇੱਕ ਵਾਰ ਦੁਬਾਰਾ ਰਿਕੁਐਸਟ ਕਰ ਸਕਦੇ ਹੋ। ਔਰ ਕਨਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਵੱਧ ਤੋਂ ਵੱਧ ਗਵਰਨਰ 2 ਵਾਰ ਕਿਸੇ ਵੀ ਕਾਉਂਸਲ ਆਫ ਮਿਨਿਸਟਰ ਦੇ ਡਿਸੀਜਨ ਨੂੰ ਰਿਜੈਕਟ ਕਰਦੇ ਨੇ, ਤੇ ਤੀਜੀ ਵਾਰ ਉਹਨਾਂ ਨੂੰ ਆਪਣੀ ਪ੍ਰਵਾਨਗੀ ਦੇਣੀ ਪਏਗੀ। ਸੁਪਰੀਮ ਕੋਰਟ ਤੋਂ ਵੀ ਇਹ ਆਰਡਰ ਆ ਸਕਦਾ ਵੀ ਤੁਸੀਂ ਇਹ ਆਪਸ਼ਨ ਅਡਾਪਟ ਕਰਨ ਤੋਂ ਪਹਿਲੇ ਤੁਸੀਂ ਸਾਡੇ ਕੋਲ ਆ ਗਏ, ਇਹ ਕਿਉਂ ਆਏ? ਪਰ ਹੋਏਗਾ ਕਿ ਇਹ ਹੁਣ 1-2 ਘੰਟੇ ਬਾਅਦ ਪਤਾ ਲੱਗ ਜਾਏਗਾ। ਪਰ ਸੀਨ ਇਦਾਂ ਦਾ ਲੱਗਦਾ ਹੈ ਕਿ ਜਿਹੜੇ ਮੁੱਦੇ ਨੂੰ ਆਪਸੀ ਤੌਰ ਤੇ ਕਨਸਟੀਟਿਊਸ਼ਨਲੀ ਸੁਲਝਾਇਆ ਜਾ ਸਕਦਾ ਸੀਗਾ, ਹੁਣ ਸੁਪਰੀਮ ਕੋਰਟ ਤੋਂ ਕੋਈ ਐਦਾਂ ਦੀ ਟਿੱਪਣੀ ਆ ਗਈ ਸਰਕਾਰ ਦੇ ਖਿਲਾਫ ਜਾਂ ਗਵਰਨਰ ਸਾਹਿਬ ਦੇ ਖਿਲਾਫ, ਤਾਂ ਵੀ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਪੈਦਾ ਹੋ ਜਾਏਗਾ ਸੂਬੇ ਵਾਸਤੇ। ਮੈਨੂੰ ਇਹ ਲੱਗਦਾ ਕਿ ਇਹ ਜਲਦਬਾਜ਼ੀ ਸੀਗੀ। ਦਿੱਲੀ ਵਾਲਿਆਂ ਨੇ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣ ਦਾ, ਉਸ ਮੁੱਦੇ ਦੇ ਉੱਤੇ ਜਿਹੜਾ ਫੈਸਲਾ ਲਿੱਤਾ ਹੈ, ਉਹ ਕਿਤੇ ਭਾਰੀ ਨਾ ਪੈ ਜਾਏ ਸਰਕਾਰ ਨੂੰ ਵੀ। ਪਰ ਚਲੋ ਜੋ ਕੁਝ ਹੋਏਗਾ ਉਹ ਤੇ ਹੁਣ 2-4 ਘੰਟੇ ਬਾਅਦ ਪਤਾ ਲੱਗ ਹੀ ਜਾਊਗਾ ਵੀ ਸੁਪਰੀਮ ਕੋਰਟ ਦਾ ਕੀ ਰੁਖ ਹੁੰਦਾ ਹੈ, ਸਰਕਾਰ ਦਾ ਕੀ ਰੁਖ ਹੁੰਦਾ ਹੈ, ਗਵਰਨਰ ਸਾਹਿਬ ਇਸ ਮੁੱਦੇ ਦੇ ਉੱਤੇ ਆਪਣੇ ਵਕੀਲਾਂ ਦੇ ਰਾਹੀਂ ਕਿੱਦਾਂ ਅੱਗੇ ਵਧਦੇ ਨਜ਼ਰ ਆਉਂਦੇ। ਇਹਦੇ ਵਿੱਚ ਇਹ ਵੀ ਦਿਲਚਸਪ ਹੋਊਗਾ ਕਿ ਜੇਕਰ ਸੁਪਰੀਮ ਕੋਰਟ ਦੇ ਵਿੱਚ ਜਲਦੀ ਸੁਣਵਾਈ ਲਈ ਸਹਿਮਤੀ ਬਣ ਜਾਂਦੀ ਹੈ, ਜਿਹੜੀ ਪੰਜਾਬ ਸਰਕਾਰ ਨੇ ਬੇਨਤੀ ਕੀਤੀ ਹੈ, ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਕਿੰਨਾਂ ਨੂੰ ਨੋਟਿਸ ਕਰਦੀ ਹੈ, ਮੰਨ ਲਓ ਘੰਟੇ ਦਾ ਹੀ ਨੋਟਿਸ ਹੋਵੇ,
ਕੀ ਉਹ ਭਾਰਤ ਸਰਕਾਰ ਨੂੰ ਕਰਦੀ ਹੈ ਅਟਾਰਨੀ ਜਨਰਲ ਦੇ ਥਰੂ? ਕੀ ਉਹ ਰਾਸ਼ਟਰਪਤੀ ਭਵਨ ਵਾਲੇ ਪਾਸੋਂ ਵੀ ਕੋਈ ਕੰਸੈਂਟ ਲੈਂਦੀ ਹੈ? ਕੀ ਇਸ ਮਾਮਲੇ ਦੇ ਉੱਤੇ, ਕਿਉਂਕਿ ਦਿਲਚਸਪ ਚੀਜ਼ ਇਹ ਹੈ ਕਿ ਸੁਪਰੀਮ ਕੋਰਟ ਨੂੰ ਕਿਹਾ ਗਿਆ ਕਿ ਤੁਸੀਂ ਗਵਰਨਰ ਨੂੰ ਹਦਾਇਤ ਕਰੋ ਕਿ 3 ਤਰੀਕ ਦਾ ਸੈਸ਼ਨ ਜਿਹੜਾ ਵਾ ਉਹ ਅੱਗੇ ਵੱਧ ਸਕੇ, ਤੇ ਜੇਕਰ ਸੁਪਰੀਮ ਕੋਰਟ ਕਹੇਗੀ ਕਿ ਤੁਸੀਂ ਗਵਰਨਰ ਨੂੰ ਦੁਬਾਰਾ ਭੇਜੋ, ਮੰਤਰੀ ਮੰਡਲ ਦੀ ਜਿਹੜੀ ਕਾਰਵਾਈ ਅੱਗੇ ਭੇਜੋ, ਤੇ ਉਹ ਕਹਿਣਗੇ ਅਸੀਂ ਮੰਤਰੀ ਮੰਡਲ ਦੀ ਕਾਰਵਾਈ ਤੇ ਕਰਕੇ ਭੇਜਤੀ ਹੈ ਜੀ। ਮਤਲਬ ਸਰਕਾਰ ਉੱਤੇ ਜਦੋਂ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੋ ਜਾਊਗੀ, ਰਸਮੀ ਕਾਰਵਾਈ ਇੱਥੇ ਵੀ ਕਰ ਸਕਦੀ ਹੈ ਕਿ ਅਸੀਂ ਦੁਬਾਰਾ ਭੇਜਤੀ, ਹੈ ਨਾ। ਇਹਦਾ ਜੇ ਸੁਣਵਾਈ ਲੇਟ ਹੁੰਦੀ ਹੈ ਤੇ ਮੰਤਰੀ ਮੰਡਲ ਦੀ ਕਾਰਵਾਈ ਦੀ ਗਵਰਨਰ ਸਾਹਿਬ ਕੋ ਫਿਰ ਪੱਤਰ ਚੱਲ ਜਾਂਦਾ ਜੀ ਦਿਓ ਪ੍ਰਵਾਨਗੀ, ਤੇ ਗਵਰਨਰ ਸਾਹਿਬ ਕਹਿਣਗੇ ਮੈਂ ਤਾਂ ਮਨਾ ਹੀ ਨਹੀਂ ਕੀਤਾ ਸੀ ਜੀ, ਮੇਰੇ ਸਟਾਫ ਨੇ ਤਾਂ ਭੇਜ ਵੀ ਦਿੱਤੀ ਆ, ਤੇ ਉਹਨਾਂ ਨੇ ਸਾਰਿਆਂ ਨੇ ਕਹਿਣਾ ਫਿਰ ਇੱਥੇ ਲੈਣ ਕੀ ਆਏ ਹੋ ਜੀ, ਸਾਰੇ ਹਾਸਾ ਠੱਠਾ ਹੀ ਆ। ਗਵਰਨਰ ਸਾਹਿਬ ਬੇਨਤੀ ਕਰਨਗੇ ਵੀ ਲੱਗਦੇ ਹੱਥ ਆ ਜਿਹੜੀ ਚਿੱਠੀ ਸੀ ਜਿਹਦੇ ਵਿੱਚ ਕਹਿੰਦੇ ਆਪਾਂ ਤੁਹਾਨੂੰ ਮੰਨਦੇ ਹੀ ਨਹੀਂ, ਤੁਹਾਨੂੰ ਨਿਯੁਕਤ ਕੌਣ ਕਰਦਾ, ਤੁਹਾਡੀ ਯੋਗਤਾ ਕੀ ਆ, ਤੇ ਹਜੂਰ ਇਹਦੇ ਉੱਤੇ ਵੀ ਫੈਸਲਾ ਕਰ ਦਿਓ, ਤੇ ਸੁਪਰੀਮ ਕੋਰਟ ਇਹਨੂੰ ਸੁਣਵਾਈ ਲਈ ਰੱਖ ਲੈਂਦੀ ਹੈ। ਤੇ ਉਸ ਤੋਂ ਬਾਅਦ ਫਿਰ ਦੇਸ਼ ਤੇ ਸੰਵਿਧਾਨ ਦੇ ਨਜ਼ਰੀਏ ਤੋਂ, ਗਵਰਨਰਾਂ ਦੀ ਨਿਯੁਕਤੀ ਦੇ ਨਜ਼ਰੀਏ ਤੋਂ ਜੇ ਸੁਣਵਾਈ ਅੱਗੇ ਸ਼ੁਰੂ ਹੋ ਜਾਂਦੀ ਹੈ ਤੇ ਕਾਫੀ ਦਿਲਚਸਪ ਹੋਊਗੀ। ਮੇਰਾ ਖਿਆਲ ਇੰਦਰਪ੍ਰੀਤ ਜੀ ਇੱਥੇ ਕੁਝ ਕਹਿਣ ਲਈ ਬਾਕੀ ਹੈਗਾ ਜਾਂ ਕਾਫੀ ਕੁਝ ਤਾਂ ਹੁਣ ਮੈਨੂੰ ਲੱਗਦਾ ਪਾਣੀ ਵਹਿ ਚੁੱਕਿਆ? ਮੇਰੇ ਖਿਆਲ ਕਾਫੀ ਪਾਣੀ ਬਹਿ ਚੁੱਕਿਆ ਹੁਣ ਤਾਂ, ਠੀਕ ਹੈ। ਪਰ ਮੈਨੂੰ ਇਹ ਲੱਗ ਰਿਹਾ ਕਿ ਇਹ ਜਿਹੜਾ ਇਸ਼ੂ ਸੁਪਰੀਮ ਕੋਰਟ 'ਚ ਚਲਾ ਗਿਆ ਹੈ, ਇਹਦੇ ਨਾਲ ਜਿਹੜੀਆਂ ਬਾਕੀ ਸਟੇਟਾਂ ਦੇ ਵੀ ਜਿਹੜੇ ਇਸ਼ੂਜ਼ ਹੈਗੇ ਆ, ਮਤਲਬ ਹੋਰ ਸਟੇਟਾਂ ਵੀ ਇਸ ਤਰ੍ਹਾਂ ਹੀ ਲੜ ਰਹੀਆਂ ਗਵਰਨਰਸ ਨਾਲ, ਉਹਨਾਂ ਨੂੰ ਵੀ ਇੱਕ ਸੇਧ ਜੀ ਜ਼ਰੂਰ ਅੱਜ ਮਿਲ ਜਾਏਗੀ ਸੁਪਰੀਮ ਕੋਰਟ ਤੋਂ ਕਿ ਕਿਸ ਦਿਸ਼ਾ ਵੱਲ ਕਿਸਨੇ ਚੱਲਣਾ। ਬਿਲਕੁਲ ਠੀਕ ਹੈ, ਅਗਲੀ ਗੱਲ ਤੇ ਚੱਲਦੇ ਆ। ਇਹ ਵੀ ਆਤਾ ਹੈ ਮਾਮਲਾ, ਦੇਖੋ ਸਾਰੇ ਦੇਸ਼ ਦੇ ਵਿੱਚੋਂ ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਕੋਲ ਕਾਫੀ ਅੱਛੀ ਸਟਰੈਂਥ ਸੀਗੀ, ਜਿੱਦਾਂ ਆਪਣੇ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਪ੍ਰਦਰਸ਼ਨ ਚੰਗੇ ਹੋਏ ਸਸੋਦੀਆ ਸਾਹਿਬ ਦੀ ਗ੍ਰਿਫਤਾਰੀ ਦੇ ਖਿਲਾਫ। ਉਹ ਕਾਂਗਰਸੀ ਬੜੇ ਔਖੇ ਕੱਲਦੇ ਆ, ਉਹ ਕਹਿੰਦੇ ਜਦੋਂ ਵਿਜੀਲੈਂਸ ਕਿਸੇ ਨੂੰ ਫੜਦੀ ਆ ਉਦੋਂ ਕਹਿੰਦੇ ਹੋ ਵੀ ਇਹ ਤਾਂ ਇਨਕਲਾਬੀ ਚੀਜ਼ ਆ, ਤੇ ਜਦੋਂ ਤੁਹਾਡਾ ਕੋ ਫੜਦੇ ਆ ਤੁਸੀਂ ਦੋਹਰੇ ਪੈਮਾਨੇ, ਉਦੋਂ ਤੁਹਾਨੂੰ ਕਹਿੰਦੇ ਲੱਗਦਾ ਵੀ ਇਹ ਤਾਂ ਜੀ ਧੱਕਾ ਹੋ ਗਿਆ, ਸਾਡੇ ਵਾਰੀ ਚੋਰੀ ਤੇ ਤੁਹਾਡੇ ਵਾਰੀ ਧੱਕਾ, ਇਹ ਦੋਹਰੇ ਮਾਪਦੰਡ ਨਾ ਅਪਣਾਓ। ਚਲੋ ਉਹਨਾਂ ਦਾ ਆਪਣਾ ਤਰਕ ਹੈ, ਪਰ ਇਹਨਾਂ ਨੇ ਜ਼ੋਰ ਜਮਾਈ ਕਾਫੀ ਕੀਤੀ ਆਮ ਆਦਮੀ ਪਾਰਟੀ ਵਾਲਿਆਂ। ਮੰਤਰੀ ਕਾਫੀ ਸੱਤਾ ਵਾਲੀਆਂ ਗੱਡੀਆਂ ਚੋਂ ਨਿਕਲ ਕੇ ਪੁਲਿਸ ਦੀਆਂ ਗੱਡੀਆਂ 'ਚ ਚੜ੍ਹਦੇ ਉਤਰਦੇ ਵੇਖੇ ਗਏ। ਪਰ ਆਪਾਂ ਜਾਣਾ ਇਸ ਗੱਲ ਦੇ ਉੱਤੇ ਕਿ ਕੀ ਇਹਦਾ ਸੇਕ ਪੰਜਾਬ ਨੂੰ ਲੱਗ ਸਕਦਾ? ਸਸੋਦੀਆ ਦਾ ਫੜੇ ਜਾਣਾ, 5 ਦਿਨ ਦੇ ਰਿਮਾਂਡ ਤੇ ਜਾਣਾ, ਉਸ ਤੋਂ ਪਹਿਲਾਂ ਬਾਕੀ ਬੰਦਿਆਂ ਦਾ ਈਡੀ ਔਰ ਸੀਬੀਆਈ ਦੀ ਹਿਰਾਸਤ ਵਿੱਚ ਕੁਝ ਖੁਲਾਸੇ ਕਰਨਾ, ਈਡੀ ਦੀ ਚਾਰਜਸ਼ੀਟ ਦੂਜੇ ਵਾਲੀ ਦੇ ਵਿੱਚ ਪੰਜਾਬ ਦਾ ਜ਼ਿਕਰ ਆਉਣਾ, ਕੀ ਪੰਜਾਬ ਦੇ ਅਧਿਕਾਰੀਆਂ ਦੇ ਫਿਕਰਾਂ ਦੇ ਨਜ਼ਰੀਏ ਤੋਂ ਇਹ ਸੱਚਮੁੱਚ ਵੱਡੀ ਗੱਲ ਆ? ਵਿਰੋਧੀ ਧਿਰਾਂ ਵੀ ਕੱਲ ਰੌਲਾ ਰੱਪਾ ਪਾਉਂਦੀਆਂ ਸੀ ਵੀ ਇੱਧਰ ਦੀ ਐਕਸਾਈਜ਼ ਪਾਲਿਸੀ ਵੀ ਚੈੱਕ ਕਰਾਓ। ਇਸ ਗੱਲ ਨੂੰ ਚੈੱਕ ਕਰਾਉਣ ਜਾਂ ਨਾ ਕਰਾਉਣ ਨੂੰ ਪਾਸੇ ਰੱਖ ਲਈਏ ਤੇ ਭਾਸਕਰ ਸਾਹਿਬ ਇਹਦੇ ਉੱਤੇ ਛੋਟੀ ਜੀ ਇੱਕ ਟਿੱਪਣੀ ਦੇ ਕੇ ਆਪਾਂ ਦੋਨਾਂ ਤੁਹਾਡੇ ਤੋਂ ਮੈਂ ਜਾਣਾ ਚਾਹੂੰਗਾ ਕਿ ਕੀ ਇਸ ਵੇਲੇ ਜਿਹੜੇ ਹਾਲਾਤ ਬਣੇ ਆ ਉਹਦਾ ਸੇਕ ਪੰਜਾਬ ਦੇ ਵਿੱਚ ਵੀ ਦੇਖਿਆ ਜਾਊਗਾ? ਇੱਥੇ ਵੀ ਜਿਹੜੀ ਆਮ ਟਵਿਸਟਿੰਗ ਦੀ ਗੱਲ ਹੋ ਰਹੀ ਆ ਉਹਦੇ ਤੇ ਸਰਕਾਰ ਨੇ ਅਜੇ ਕੁਝ ਕਹਿਣਾ ਹੈ ਜਾਂ ਸਾਰੀਆਂ ਗੱਲਾਂ ਚਾਰਜਸ਼ੀਟ 'ਚ ਹੀ ਹੋਣਗੀਆਂ, ਜਾ ਕੇ ਉੱਥੇ ਹੀ ਕੁਝ ਨਤਾਰੇ ਹੋਣਗੇ? ਦਿੱਲੀ ਦੀ ਐਕਸਾਈਜ਼ ਪਾਲਿਸੀ ਤੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਕਨੈਕਸ਼ਨ ਕੀ ਹੈ? ਇਹਦੀ ਗੱਲਾਂ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਵੀ ਤੁਰ ਰਹੀਆਂ। ਕੇਜਰੀਵਾਲ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਕਿ ਦਿੱਲੀ ਦੇ ਵਿੱਚ ਹੂਬਹੂ ਜਿਹੜੀ ਪਾਲਿਸੀ ਬਣਾਈ ਸੀ ਉਹ ਅਸੀਂ ਪੰਜਾਬ ਵਿੱਚ ਇੰਪਲੀਮੈਂਟ ਕੀਤੀ, ਉਹ ਬੜੀ ਸਕਸੈਸਫੁਲ ਹੈ। ਔਰ ਉਸ ਸਕਸੈਸਫੁਲ ਦੇ ਪਿੱਛੇ 9 ਫਰਵਰੀ ਨੂੰ ਈਡੀ ਨੇ ਆਪਣੀ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਿੱਲੀ ਦੇ ਕੋਰਟ ਦੇ ਵਿੱਚ ਪੇਸ਼ ਕੀਤੀ। ਉਹਦੇ ਵਿੱਚ ਪੰਜਾਬ ਕਨੈਕਸ਼ਨ ਨੂੰ ਉਜਾਗਰ ਕੀਤਾ। ਦਿੱਲੀ ਦੇ ਵਿੱਚ ਇੱਕ ਹੋਲਸੇਲ ਲਿਕਰ ਲਾਇਸੈਂਸ ਮਹਾਦੇਵ ਲਿਕਰ ਨਾਮ ਦੀ ਕੰਪਨੀ ਨੂੰ ਦਿੱਤਾ ਗਿਆ ਸੀ। ਭਾਸਕਰ ਸਾਹਿਬ 9 ਤਰੀਕ ਨੂੰ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਇਹ ਮੋਸਟ ਪ੍ਰੋਬਬਲੀ ਉਹ ਤੋਂ 3 ਦਿਨ ਪਹਿਲਾਂ ਹੋਈ ਆ, 2 ਦਿਨ ਪਹਿਲਾਂ, ਹਾਲ ਹੀ ਕਰਦੇ ਨੇ ਆਪਣਾ ਹਾਲ ਚ। ਇਹ ਫਰਵਰੀ ਦੇ ਸ਼ੁਰੂ ਚ, ਫਰਵਰੀ ਦੇ ਪਹਿਲੇ ਹਫਤੇ ਚ। ਠੀਕ ਹੈ, ਹਾਂ ਉਹ ਕਰ ਜੀ। ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਈਡੀ ਨੇ ਆਪਣੀ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਿੱਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤੀ। ਉਸ ਸਪਲੀਮੈਂਟਰੀ ਜਿਹੜੀ ਰਿਪੋਰਟ ਸੀ, ਚਲਾਨ ਸੀ, ਉਹਦੇ ਵਿੱਚ ਜ਼ਿਕਰ ਕੀਤਾ ਹੈ ਮਹਾਦੇਵ ਲਿਕਰ ਨਾਮ ਦੀ ਇੱਕ ਕੰਪਨੀ ਦਾ, ਜਿਹਦੇ ਕੋਲ ਦਿੱਲੀ ਦਾ ਹੋਲਸੇਲ ਦਾ ਇੱਕ ਲਾਇਸੈਂਸ ਸੀਗਾ ਔਰ 4 ਕੰਪਨੀਆਂ ਦੇ ਉਹ ਹੋਲਸੇਲ ਵਪਾਰੀ ਸੀਗੇ ਦਿੱਲੀ ਦੇ ਵਿੱਚ ਸ਼ਰਾਬ ਵੇਚਣ ਵਾਸਤੇ। ਉਸ ਕੰਪਨੀ ਨੇ ਕਥਿਤ ਤੌਰ ਤੇ, ਜਿਹੜਾ ਈਡੀ ਦੀ ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਹੈ ਕਿ 12% ਜਿਹੜਾ ਮਾਰਜਨ ਸੀਗਾ, ਕਮਿਸ਼ਨ ਸੀਗਾ, ਹੋਲਸੇਲ ਮਾਰਜਨ, ਉਹਦੇ ਵਿੱਚੋਂ 6% ਅੰਦਰ ਖਾਤੇ ਵਾਪਿਸ ਕਰਨਾ ਸੀਗਾ। ਵਾਪਿਸ ਵੀ ਕਿਹਨੂੰ ਕਰਨਾ ਸੀਗਾ? ਵਿਜੇ ਨਾਇਰ, ਜਿਹੜੇ ਕੇਜਰੀਵਾਲ ਉਹਨਾਂ ਦੇ ਖਾਸ ਤੌਰ ਤੇ ਜਦੋਂ ਇੱਕ ਰਿਕਾਰਡਿੰਗ ਦੇ ਵਿੱਚ ਵੀ ਕਥਿਤ ਤੌਰ ਤੇ ਕਹਿੰਦੇ ਨੇ ਹੀ ਇਜ਼ ਮਾਈ ਬॉय, ਜਿੱਦਾਂ ਕਹਿੰਦਾ ਕਰ ਦੋ।
ਉਹਨੂੰ ਉਹ ਪੈਸੇ ਨਹੀਂ ਮਿਲੇ, ਨਾਰਾਜ਼ਗੀ ਜ਼ਾਹਿਰ ਹੋ ਗਈ। ਪੰਜਾਬ ਵਿੱਚ ਸਰਕਾਰ ਬਣਦੀ ਹੈ 16 ਮਾਰਚ ਨੂੰ। 28 ਅਪ੍ਰੈਲ ਨੂੰ ਪੰਜਾਬ ਸਰਕਾਰ ਦੇ ਨਰੇਸ਼ ਦੂਬੇ, ਜਿਹੜੇ ਐਕਸਾਈਜ਼ ਦੇ ਵੱਡੇ ਅਫਸਰ ਸੀ, ਜੁਆਇੰਟ ਡਾਇਰੈਕਟਰ ਸੀਗੇ, ਉਹ ਮਹਾਦੇਵ ਜਿਹੜੇ ਲਿਕਰ ਹੈ ਉਹਦੀ 2 ਡਿਸਟਲਰੀਆਂ ਪੰਜਾਬ ਦੇ ਵਿੱਚ ਬਿਨਾਂ ਕਿਸੇ ਰਿਟਨ ਆਰਡਰ ਤੋਂ ਬੰਦ ਕਰ ਦਿੰਦੇ ਨੇ। ਬੰਦ ਕਰਨ ਤੋਂ ਬਾਅਦ ਉਹਨਾਂ ਨੂੰ ਬੁਲਾਇਆ ਜਾਂਦਾ, ਉਹ ਕਹਿੰਦੇ ਮਹਾਦੇਵ ਜੀ ਤੁਸੀਂ ਹੁਣ ਦਿੱਲੀ ਦੇ ਲਾਇਸੈਂਸ ਸਰੈਂਡਰ ਕਰ ਦਿਓ। ਉਹ ਜ਼ੋਰ ਲਾਇਆ ਜਾਂਦਾ ਔਰ ਆਖਿਰਕਾਰ ਉਹ 16 ਮਈ ਨੂੰ ਇਸ ਲਾਇਸੈਂਸ ਨੂੰ 12 ਮਈ ਨੂੰ ਇਹ ਲਾਇਸੈਂਸ ਸਰੈਂਡਰ ਕਰ ਦਿੰਦੇ ਨੇ, ਈਮੇਲ ਦੇ ਰਾਹੀਂ ਈਮੇਲ ਕਰਦੇ ਨੇ ਦਿੱਲੀ ਦੇ ਐਕਸਾਈਜ਼ ਡਿਪਾਰਟਮੈਂਟ ਨੂੰ। ਔਰ ਉਸ ਤੋਂ ਬਾਅਦ, ਉਸ ਤੋਂ ਪਹਿਲੇ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਵੀ ਦਿੱਲੀ ਦੇ ਵਿੱਚ ਤੁਸੀਂ ਅਮਿਤ ਅਰੋੜਾ ਤੇ ਦਿਨੇਸ਼ ਅਰੋੜਾ ਨੂੰ ਮਿਲੋ। ਉਹ ਮਨੀਸ਼ ਸਿਸੋਦੀਆ ਉਹਨਾਂ ਦੇ ਬੜੇ ਖਾਸ ਨੇ। ਹਾਲਾਂਕਿ ਹੁਣ ਦਿਨੇਸ਼ ਅਰੋੜਾ ਇਸ ਕੇਸ ਦੇ ਵਿੱਚ ਸਰਕਾਰੀ ਗਵਾਹ ਬਣ ਚੁੱਕੇ ਨੇ ਔਰ ਉਹਨਾਂ ਦੀ ਹੀ ਕੀਤੀ ਹੋਈ ਗੱਲਾਂ ਦੇ ਉੱਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਹਾਦੇਵ ਲਿਕਰ ਦਾ ਮਾਮਲਾ ਹੈ ਉਹ ਵੀ ਉਜਾਗਰ ਹੋਇਆ। ਔਰ ਉਸ ਤੋਂ ਇਲਾਵਾ ਜਿੰਨੇ ਵੀ ਇਲਜ਼ਾਮ ਮਨੀਸ਼ ਸਿਸੋਦੀਆ ਉਹਨਾਂ ਦੇ ਅੱਗੇ ਲੱਗੇ ਨੇ, ਉਹਦੀ ਸਾਰੀ ਗੱਲਬਾਤ ਜਾਂ ਸਾਰੀ ਇੱਕ ਕਹੀਏ ਮੁਖਬਰੀ ਉਹ ਦਿਨੇਸ਼ ਅਰੋੜਾ ਨੇ ਹੀ ਕੀਤੀ ਹੈ, ਜਿਹੜਾ ਹੁਣ ਸਰਕਾਰੀ ਗਵਾਹ ਹੈ। ਇਹ ਲਾਇਸੈਂਸ ਰੀਨਿਊ ਕੀਤਾ ਜਾਂਦਾ ਤਦ ਜਦ ਉਹ ਲਾਇਸੈਂਸ ਦਿੱਲੀ ਵਾਲਾ ਸਰੈਂਡਰ ਕਰ ਦਿੰਦੇ ਨੇ ਮਹਾਦੇਵ ਲਿਕਰ। ਉਸ ਤੋਂ ਬਾਅਦ ਉਹਨਾਂ ਨੂੰ 16 ਮਈ ਨੂੰ ਬੁਲਾਇਆ ਜਾਂਦਾ ਹੈ, ਕਿਹਾ ਜਾਂਦਾ ਵੀ ਚਲੋ ਜੀ ਦਿੱਲੀ ਦਾ ਲਾਇਸੈਂਸ ਤੁਸੀਂ ਰੱਦ ਕਰਤਾ, ਸਰੈਂਡਰ ਕਰਤਾ, ਲੇਕਿਨ ਹੁਣ ਤੁਹਾਨੂੰ ਅਸੀਂ ਸੀਐਮ ਰਿਲੀਫ ਫੰਡ ਦੇ ਵਿੱਚ 51 ਲੱਖ ਰੁਪਏ ਦਿਓ ਔਰ ਚੈੱਕ ਜਮ੍ਹਾਂ ਕਰਾਉਣ ਤੋਂ ਬਾਅਦ WhatsApp ਕਰੋ ਉਹ ਫੋਟੋ। ਉਹ ਵੀ ਕੀਤੀ ਜਾਂਦੀ ਹੈ। ਫਿਰ 25 ਲੱਖ ਰੁਪਇਆ ਉਹਨਾਂ 2 ਡਿਸਟਿਲਰੀਆਂ ਨੂੰ ਜੁਰਮਾਨਾ ਲਾ ਕੇ ਉਹਨਾਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਸਾਰੀ ਗੱਲਾਂ ਦਾ ਜ਼ਿਕਰ ਈਡੀ ਦੀ ਸਪਲੀਮੈਂਟਰੀ ਚਲਾਨ ਦੇ ਵਿੱਚ ਹੈਗਾ। ਹੁਣ ਇਹ ਪੰਜਾਬ ਕਨੈਕਸ਼ਨ ਤੇ ਹੈਗਾ। ਉਸ ਤੋਂ ਇਲਾਵਾ ਗੱਲਾਂ ਇਹ ਵੀ ਤੁਰਦੀ ਹੈ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਜਿੰਨੇ ਵੀ ਐਕਟਰ ਜਾਂ ਡਾਇਰੈਕਟਰ ਸੀਗੇ, ਭਾਵੇਂ ਉਸ ਸਾਊਥ ਲੌਬੀ ਦੀ ਗੱਲ ਹੁੰਦੀ ਹੈ, ਉਹ ਸਾਰੇ ਐਕਟਰ ਤੇ ਡਾਇਰੈਕਟਰ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਵੀ ਸੇਮ ਸੀਗੇ। ਔਰ ਪੰਜਾਬ ਦੀ ਐਕਸਾਈਜ਼ ਪਾਲਿਸੀ ਔਰ ਦਿੱਲੀ ਦਾ ਕਨੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਕਿ ਦਿੱਲੀ ਦੇ ਵਿੱਚ ਐਲੀਗੇਸ਼ਨ ਲੱਗੇ ਨੇ ਮਨੀਸ਼ ਸਿਸੋਦੀਆ ਉਹਨਾਂ ਦੇ ਕਿ ਜਦ ਤੁਸੀਂ ਉਹਨਾਂ ਲਾਇਸੈਂਸ ਨੂੰ ਰੀਨਿਊ ਕੀਤਾ, ਉਹਦੇ ਵਿੱਚ ਲਾਇਸੈਂਸ ਫੀ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ। ਐਦਾਂ ਦਾ ਹੀ ਕੁਝ ਪੰਜਾਬ ਦੇ ਵਿੱਚ ਵੀ ਕੱਲ ਵਾਪਰਿਆ। 2023-24 ਦੇ ਵਿੱਚ ਰੀਨਿਊਵਲ ਵਾਸਤੇ ਜਿਹੜੀ ਪੰਜਾਬ ਦੀ ਇੱਕ ਵੈਬਸਾਈਟ ਹੈਗੀ ਹੈ ਐਕਸਾਈਜ਼ ਡਿਪਾਰਟਮੈਂਟ ਦੀ, ਉਹਦੇ ਵਿੱਚ ਇੱਕ ਫਾਰਮ ਰੀਨਿਊਵਲ ਦੇ ਅਪਲੋਡ ਕੀਤੇ ਔਰ 5-10 ਮਿੰਟ ਦੇ ਵਿੱਚ ਡਾਊਨਲੋਡ ਕਰਨ ਤੋਂ ਪਹਿਲੇ ਹੀ ਉਹ ਹਟਾ ਵੀ ਦਿੱਤੇ ਗਏ, ਕਿਉਂਕਿ ਉਹਦੇ ਵਿੱਚ ਵੀ ਸੇਮ ਐਲੀਗੇਸ਼ਨ ਲੱਗ ਰਹੇ ਸੀਗੇ ਕਿ ਤੁਸੀਂ ਕਿਸੇ ਵੀ ਲਾਇਸੈਂਸ ਫੀ ਦੇ ਵਿੱਚ ਵਾਧਾ ਨਹੀਂ ਕੀਤਾ। ਹੁਣ ਇਹ ਦਿੱਲੀ ਦੀ CBI ਦੇ ਐਕਸ਼ਨ ਤੋਂ ਬਾਅਦ ਕੀਤੇ, ਉਸ ਤੋਂ ਡਰ ਕੇ ਕੀਤੇ। ਯਾਨੀ ਪੰਜਾਬ ਵੱਲ CBI ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਕਦੀ ਵੀ ਦਸਤਕ ਦੇ ਸਕਦੀ ਹੈ। ਇਸ ਗੱਲ ਦਾ ਆਗਾਜ਼ ਇਹਨਾਂ ਸਾਰੀ ਗੱਲਾਂ ਤੋਂ ਹੋ ਰਿਹਾ। ਭਾਸਕਰ ਸਾਹਿਬ, ਐਵੇਂ ਕਿਤੇ ਗਲਤੀ ਨਾਲ ਕਿਸੇ ਨੇ ਅਪਲੋਡ ਕਰਤੇ ਹੋਣੇ ਆ, ਅਜੇ ਬੜਾ ਸਮਾਂ ਪਿਆ। ਇਦਾਂ ਇੰਨੀ ਵਗਦੀ ਲੋਚ, ਇੰਨੀ ਅੱਗ ਦੇ ਵਿੱਚ ਕੌਣ ਫਾਹ ਲੈਂਦਾ? ਕੋਈ ਨਹੀਂ ਹੱਥ ਦਿੰਦਾ ਹੁੰਦਾ, ਭੱਜ ਜਾਂਦੇ ਲੋਕ, ਦੂਰ ਦੂਰ ਲਾਗੇ ਨਹੀਂ ਖਲੋਂਦਾ ਕੋਈ। ਮੈਨੂੰ ਲੱਗਦਾ ਜਿੱਥੇ ਈਡੀ ਨੇ ਅੱਗੇ ਪੰਜਾਬ 'ਚ ਦਸਤਕ ਦਿੱਤੀ ਸੀ 2 ਅਧਿਕਾਰੀਆਂ ਦੇ ਘਰੇ ਤੇ ਇੱਕ ਨੂੰ ਸੱਦਿਆ ਸੀ ਫਰਮਾਨ ਜਾਰੀ ਕਰਕੇ ਦਿੱਲੀ, ਉਹਨਾਂ ਨੂੰ ਹੁਣ ਦੁਬਾਰਾ ਕਿਤੇ ਸੱਦ ਲੈਣ ਤੇ ਇਹ ਨਾ ਹੋਵੇ ਕਿ ਸਿਸੋਦੀਆ ਸਾਹਿਬ ਵਾਂਗ ਸਰਕਾਰੀ ਮਹਿਮਾਨ ਹੀ ਬਣਾ ਲੈਣ। ਇਹ ਵੀ ਬੜਾ ਪੰਗਾ। ਇੰਦਰਪ੍ਰੀਤ ਜੀ, ਇੱਥੇ ਹੁਣ ਦੋ ਕੋ ਟਿੱਪਣੀ। ਮੈਨੂੰ ਇਹ ਟੋਟਲ ਪੂਰੇ ਕੇਸ ਦੇ ਵਿੱਚ ਇਹ ਲੱਗ ਰਿਹਾ ਕਿ ਜਿਵੇਂ ਨਾ 2 ਲੌਬੀਜ਼ ਦੀ ਲੜਾਈ ਹੈ। ਉਹ ਜਿਹਦੀ ਸਰਕਾਰ ਆ ਗਈ ਉਹ ਲੌਬੀ ਉਹਦੇ ਨਾਲ ਜੁੜ ਗਈ, ਦੂਜੀ ਲੌਬੀ ਨੂੰ ਬਾਹਰ ਕਰਨ ਦੇ ਕੀ ਯਤਨ ਕੀਤੇ ਜਾ ਰਹੇ ਉਹ ਹੁਣ ਭਾਸਕਰ ਸਾਹਿਬ ਨੇ ਬਹੁਤ ਡਿਟੇਲ 'ਚ ਦੱਸ ਹੀ ਦਿੱਤੇ ਹੈ ਤੁਹਾਨੂੰ। ਅਸਲ 'ਚ ਕਾਰੋਬਾਰ ਦੀ ਲੜਾਈ ਹੈ ਕਿ ਉਹ ਇਸ ਤਰ੍ਹਾਂ ਦਾ ਕਾਰੋਬਾਰ ਹੈ ਸ਼ਰਾਬ ਦਾ ਜਿਸ 'ਚ ਬਹੁਤ ਪੈਸਾ ਹੈਗਾ ਹੀ ਹੈ ਔਰ ਇਹੀ ਪੈਸਾ ਜਿਹੜਾ ਹੈਗਾ ਪੋਲੀਟੀਕਲ ਪਾਰਟੀਆਂ ਨੂੰ ਫੰਡਿੰਗ ਦੇ ਤੌਰ ਤੇ ਵੀ ਹੁੰਦਾ। ਸੋ ਮੈਨੂੰ ਇਹਦੇ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਕਿ ਕੋਈ ਅਜੂਬਾ ਜਿਹਾ ਹੋ ਰਿਹਾ ਹੈ। ਪਹਿਲਾਂ ਤੋਂ ਵੀ ਇਦਾਂ ਹੀ ਹੁੰਦਾ ਆ ਰਿਹਾ ਹੈ, ਪਰ ਇਹ ਹੈ ਕਿ ਹੁਣ ਇਹ ਫਸ ਗਿਆ ਹੈ, ਬਹੁਤ ਬੁਰੀ ਤਰ੍ਹਾਂ ਫਸ ਗਿਆ ਹੈ। ਔਰ ਠੀਕ ਹੈ ਤੁਹਾਡੀ ਗੱਲ ਬਿਲਕੁਲ ਕਿ ਪੰਜਾਬ ਦੇ ਜਿਹੜੇ ਅਫਸਰ ਹੈਗੇ ਆ ਉਹ ਵੀ ਇਸ ਦੇ ਉਸ 'ਚ ਆਣਗੇ ਕਿਉਂਕਿ ਜਿਹੜੀ ਈਡੀ ਨੇ ਚਾਰਜ ਸ਼ੀਟ ਪੇਸ਼ ਕੀਤੀ ਹੋਈ ਹੈ ਜਿਹਦੇ ਬਾਰੇ ਰਿਪੋਰਟ ਹੋਈਆਂ ਨੇ ਖਬਰਾਂ, ਉਸ ਦੇ ਵਿੱਚ ਪੰਜਾਬ ਦੇ ਜੁਆਇੰਟ ਕਮਿਸ਼ਨਰ ਜਿਹੜੇ ਹੈਗੇ ਆ ਨਰੇਸ਼ ਦੂਬੇ ਦਾ ਨਾਮ ਬਹੁਤ ਉਹਦੇ ਨਾਲ ਲਿੱਤਾ ਹੋਇਆ ਹੈ। ਇੱਥੇ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਹੈ ਵਰੁਣ ਰੁਜਮ, ਉਹਨਾਂ ਨੂੰ ਵੀ ਕਈ ਵਾਰ ਬੁਲਾ ਚੁੱਕਿਆ, ਕੋਈ 1-2 ਵਾਰ ਨਹੀਂ, ਉਹਨਾਂ ਨੂੰ ਕਈ ਵਾਰ ਬੁਲਾ ਚੁੱਕਿਆ। ਇਸ ਕਰਕੇ ਉਹ ਬਾਰ-ਬਾਰ ਹੁਣ ਬੇਨਤੀਆਂ ਕਰ ਰਹੇ ਨੇ ਸਰਕਾਰ ਨੂੰ ਕਿ ਮੈਨੂੰ ਇਸ ਮਹਿਕਮੇ ਚੋਂ ਹਟਾ ਕੇ ਕਿਤੇ ਹੋਰ ਲਗਾਇਆ ਜਾਏ। ਸੋ ਮੈਨੂੰ ਇਹ ਲੱਗ ਰਿਹਾ ਕਿ ਇਹ ਲੜਾਈਆਂ ਕਾਰੋਬਾਰ ਦੀਆਂ ਨੇ, ਫੰਡਿੰਗ ਦੀਆਂ ਨੇ ਔਰ ਉਹਦੇ ਵਿੱਚ ਹੁਣ ਨਿਕਲਣਾ ਕੀ ਹੈ। ਹੁਣ ਅਫਸਰ ਪਹਿਲੀ ਵਾਰ ਫਸੇ ਹੈ। ਤੁਸੀਂ ਦੇਖੋ ਰੰਧਾਵਾ ਸਾਹਿਬ, ਮੈਂ ਜਦ ਦਾ ਰਿਪੋਰਟਿੰਗ ਕਰ ਰਿਹਾ ਮੈਨੂੰ ਨਹੀਂ ਲੱਗ ਰਿਹਾ ਵੀ ਇਸ ਮਹਿਕਮੇ 'ਚ ਕੋਈ ਲੱਗਣਾ ਨਹੀਂ ਚਾਹੁੰਦਾ। ਇਹ ਫਸਟ ਟਾਈਮ ਹੋਇਆ
ਕਿ ਇਸ ਮਹਿਕਮੇ 'ਚ ਕੋਈ ਲੱਗਣਾ ਹੀ ਨਹੀਂ ਚਾਹ ਰਿਹਾ, ਜਦਕਿ ਸਭ ਤੋਂ ਪਹਿਲਾਂ ਇਸੇ ਮਹਿਕਮੇ ਨੂੰ ਹੱਥ ਪਾਉਂਦੇ ਸੀਗੇ। ਸੋ ਇਹ ਚਲੋ ਇੱਕ ਚੰਗੀ ਦਿਸ਼ਾ ਵੱਲ ਵੀ ਵੱਧ ਗਿਆ। ਜੇ ਕੋਈ ਲੱਗਣਾ ਨਹੀਂ ਚਾਹੁੰਦਾ ਤੇ ਇਹਦਾ ਮਤਲਬ ਡਰ ਤਾਂ ਰਿਹਾ ਹੀ ਹੈ ਨਾ ਕਿ ਵੀ ਮੈਂ ਫਸ ਜਾਊਂਗਾ, ਤੇ ਕੱਲ ਤੋਂ ਜਿਹੜੇ ਨਵੇਂ ਆਣਗੇ ਉਹ ਪੋਲੀਟੀਕਲ ਜਮਾਤ ਨੂੰ ਵੀ ਫਿਰ ਜਵਾਬ ਵੀ ਦੇ ਸਕਣਗੇ ਵੀ ਇਹ ਜਿਹੜੇ ਗਲਤ ਕੰਮ ਨੇ ਉਹ ਅਸੀਂ ਨਹੀਂ ਕਰਨੇ। ਮੇਰਾ ਖਿਆਲ ਹੈ ਐਵੇਂ ਹਾਸਾ ਠੱਠਾ ਹੈ, ਕਰਨਾ ਬਣਦਾ ਨਹੀਂ। ਉਹ ਕਹਿੰਦੇ ਹੁੰਦੇ ਨਾ ਕਿ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ, ਹਾਸਾ ਸਾਡਾ ਇੰਜ ਦਾ ਹੀ ਹੈ। ਵੈਸੇ ਇਹੋ ਜੀ ਜਗ੍ਹਾ ਤੇ ਹੱਥ ਕਾਹਤੋਂ ਪਾਉਣਾ ਸੀ ਬਦਲਾਅ ਵਾਲਿਆਂ ਨੇ, ਜਿੱਥੇ ਉਹਨਾਂ ਨੂੰ ਪਤਾ ਸੀ ਕਿ ਪੁਰਾਣਿਆਂ ਨੂੰ ਪਤਾ ਮਾਲ ਅਸਬਾਬ ਬੜਾ ਹੁੰਦਾ। ਇਹ ਜਿੱਥੇ ਪੁਰਾਣੇ ਹੱਥ ਰੰਗਦੇ ਰਹੇ ਹੋਣ, ਉੱਥੇ ਜਾ ਕੇ ਤੁਸੀਂ ਉਹੋ ਜਿਹੇ ਰਾਹ ਰਸਤੇ ਅਪਣਾਓਗੇ, ਫਸੋਗੇ ਤਾਂ ਜ਼ਰੂਰ। ਪਹਿਲੇ ਇਸੇ ਕਰਕੇ ਕਹਿੰਦੇ ਸੀ ਨਾ ਕਿ 75-25, ਨਾ ਤੁਸੀਂ ਸਾਡੇ ਪਰਦੇ ਚੱਕੋ ਨਾ ਅਸੀਂ ਤੁਹਾਡੇ ਚੱਕਾਂਗੇ। ਇਹ ਕਹਿੰਦੇ ਸੀ ਪਰਦੇ ਚੱਕਣੇ ਆ, ਛੱਡਣਾ ਕਿਸੇ ਨੂੰ ਨਹੀਂ, ਪਰ ਤਰੀਕੇ ਉਹੀ ਰੱਖਣੇ ਆ। ਜੇਕਰ ਤੁਸੀਂ ਉਸੇ ਤਰੀਕੇ, ਕਿਉਂਕਿ ਯਾਰੀਆਂ ਕਾਰੋਬਾਰੀਆਂ ਦੀਆਂ ਤਾਂ ਪੁਰਾਣੀਆਂ ਹੁੰਦੀਆਂ। ਮੇਰੇ ਕੋਲ ਤਾਂ ਇਸ ਤਰ੍ਹਾਂ ਦੀਆਂ ਪੁਖਤਾ ਰਿਪੋਰਟਾਂ ਨੇ ਕਿ ਹਿੱਸਾ ਪੱਤੀਆਂ ਬੜੀਆਂ ਡਿਸਟਿਲਰੀਜ਼ ਦੇ ਵਿੱਚ ਹੈਗੀਆਂ, ਸਮਰੱਥ ਬੰਦਿਆਂ ਦੀਆਂ। ਇੱਥੇ ਸੋਲਰ ਪਲਾਂਟ ਬੜੇ ਲੱਗੇ, ਉਹਨਾਂ 'ਚ ਹਿੱਸਾ ਪੱਤੀਆਂ ਬੜੀਆਂ। ਸਾਡੇ ਕੋਲੇ ਪੁਖਤਗੀ ਨਾਲ ਸੂਚਨਾਵਾਂ ਨੇ। ਮੈਂ ਕੋਈ ਇਹਨੂੰ ਲੋਡ ਪੈਣ ਤੇ ਅਸੀਂ ਸਾਬਤ ਕਰ ਸਕਦੇ ਹਾਂ ਵੀ ਕਿਸ ਡਿਸਟਿਲਰੀ ਦੇ ਵਿੱਚ ਕਿਸ ਬੰਦੇ ਦਾ, ਸਿਆਸੀ ਬੰਦੇ ਦਾ ਬੇਨਾਮੀ ਹਿੱਸਾ ਹੈ। ਪਰ ਹੁਣ ਸਵਾਲ ਇਹ ਆ ਕਿ ਕੋਈ ਕਾਰੋਬਾਰੀ ਜਾ ਕੇ ਕਿਸੇ ਨਵੀਂ ਰਜੀਮ 'ਚ, ਕਿਸੇ ਨਵੀਂ ਸੱਤਾ ਦੇ ਵਿੱਚ ਕੋਈ ਸੌਦਾ ਕਰਕੇ ਆਊਗਾ ਤੇ ਉਹ ਆਪਣੇ ਪੁਰਾਣੇ ਬੌਸ ਨਾਲ ਤੇ ਸਾਂਝ ਪਾਊ। ਬਣ ਗਈ ਗੱਲ ਜੀ, ਆ ਬੜੇ ਕਹਿੰਦੇ ਸੀ ਬਦਲਾ ਲਈ ਆਏ ਆ, ਅਸੀਂ ਤਾਂ ਕੁਝ ਨਹੀਂ ਕਰਦੇ। ਨਾ ਸੈਟਿੰਗ ਹੋ ਗਈ, ਚਿੰਤਾ ਨਾ ਲਾਓ। ਹੁਣ ਜਿੰਨੀ ਦੇਰ ਤੇ ਸੈਟਿੰਗ ਹੋ ਗਈ, ਸਭ ਸੁੱਖ ਸ਼ਾਂਤ ਚੱਲਦਾ ਰਵੇ। ਜਿੱਦਣ ਤੁਸੀਂ ਪੁਰਾਣਿਆਂ ਨੂੰ ਹੱਥ ਪਾਓਗੇ ਤੇ ਉਹੀ ਤਰੀਕੇਕਾਰ ਨਾਲ ਅੱਗੇ ਵਧਣਾ ਚਾਹੋਗੇ, ਫਿਰ ਜਿਹੜੇ ਮਿਡਲਮੈਨ ਤੁਸੀਂ ਬਣਾ ਲਏ ਨਾ, ਫਿਰ ਉਹ ਬਖਸ਼ਦੇ ਨਹੀਂ। ਜਿਨ੍ਹਾਂ ਕਾਰੋਬਾਰੀਆਂ ਦੇ ਸਿਰ ਤੇ ਤੁਸੀਂ ਉੱਡਣਾ ਚਾਹੁੰਦੇ ਸੀ, ਹੋ ਸਕਦਾ ਉਹ ਸਾਰੇ ਕਾਰੋਬਾਰੀ ਤੁਹਾਡੇ ਲਈ ਮੁਸ਼ਕਲ ਖੜੀ ਕਰ ਦੇਣ। ਤੇ ਇਹੀ ਅਫਸਰਾਂ ਨਾਲ ਹੋਇਆ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ, ਲੰਬੇ ਹੋ ਗਏ ਆਪਾਂ। ਵੈਸੇ ਮੈਂ ਬਸ ਇੱਕ ਥੋੜੀ ਜਿਹੀ ਗੱਲ ਕਰਨਾ ਚਾਹ ਰਿਹਾ। ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਸ਼ਰਾਬ ਨੂੰ ਲੈ ਕੇ ਇੰਨਾ ਰੌਲਾ ਕਿਉਂ? ਤੁਸੀਂ ਹਰਿਆਣੇ ਵਾਲੀ ਸਾਈਡ ਜਾਓ, ਸਜੇ ਸਜਾਏ ਠੇਕੇ, ਸ਼ਰਾਬ ਵੀ ਸਸਤੀ, ਰੌਲਾ ਕੋਈ ਨਹੀਂ। ਜੇ ਦਿੱਲੀ ਵਾਲੇ ਜਾਂ ਪੰਜਾਬ ਵਾਲੇ ਹਰਿਆਣਾ ਦੀ ਪਾਲਿਸੀ ਨੂੰ ਕਾਪੀ ਕਰਕੇ ਲਾ ਦੇਣ, ਨਾ ਤੇ ਭਾਜਪਾ, ਨਾ CBI, ਨਾ ED, ਕਿਸੇ ਨੂੰ ਵੀ ਕੋਈ ਆਬਜੈਕਸ਼ਨ ਨਹੀਂ ਹੋਏਗਾ, ਕਿਉਂਕਿ ਉੱਥੇ ਸਰਕਾਰ ਭਾਜਪਾ ਦੀ ਹੈ। ਮੈਨੂੰ ਲੱਗਦਾ ਹੈ ਇਸ ਰਾਹ ਵੱਲ ਤੁਰਨਾ ਚਾਹੀਦਾ, ਕਿਉਂਕਿ ਹਰਿਆਣਾ ਸਰਕਾਰ ਵੀ ਕਾਫੀ ਮੁਨਾਫਾ ਐਕਸਾਈਜ਼ ਪਾਲਿਸੀ ਦੇ ਥਰੂ ਕਮਾ ਰਹੀ ਹੈ। ਸ਼ਰਾਬੀਆਂ ਨੂੰ ਸ਼ਰਾਬ ਸਸਤੀ ਮਿਲ ਰਹੀ ਹੈ, ਸਾਰੀ ਗੱਲਾਂ ਉੱਥੇ ਫੇਵਰੇਬਲ ਹੀ ਹੈਗੀ ਹੈ। ਤੇ ਉਦਾਂ ਦਾ ਹੀ ਕੁਛ ਇਹਨਾਂ ਨੂੰ ਵੀ ਕਰਨਾ ਚਾਹੀਦਾ। ਤੁਹਾਡਾ ਮਤਲਬ 24 ਦੇ ਵਿੱਚ ਪੰਜਾਬ ਦੇ ਲੋਕ ਭਾਜਪਾ ਨੂੰ ਵੋਟਾਂ ਪਾ ਦੇਣ ਹੈ, ਤੇ ਮੁੜ ਕੇ 27 ਦੇ ਵਿੱਚ ਭਾਜਪਾ ਦੀ ਸਰਕਾਰ ਲੈ ਆਓ, ਪਰ ਸਿਰਫ ਸ਼ਰਾਬ। ਮੇਰਾ ਤੇ ਆਪਣੀ ਪੰਜਾਬ ਦੀ ਸਰਕਾਰ ਨੂੰ ਹਰਿਆਣਾ ਦੀ ਪਾਲਿਸੀ ਨੂੰ ਕਾਪੀ ਕਰਕੇ ਇੱਥੇ ਇੰਪਲੀਮੈਂਟ ਕਰ ਦੇਣ, ਸਾਰੇ ਪਾਸੇ ਖੁਸ਼ੀਆਂ ਜਾਂ ਖੁਸ਼ੀਆਂ ਦੀ ਲਹਿਰਾਂ ਬਹਿਰਾਂ ਹੋ ਜਾਣੀਆਂ, ਕਿਉਂਕਿ ਉੱਥੇ ਸਭ ਕੁਝ ਠੀਕ ਹੈ, ਠੇਕੇ ਵੀ ਬੜੇ ਰੌਣਕੀ ਹੈਗੇ ਨੇ, ਔਰ ਸਾਰਾ ਕੁਝ ਸਸਤਾ ਹੈ। ਮਤਲਬ ਜਾਂ ਡਬਲ ਇੰਜਣ ਕਰ ਦਿਓ ਤੇ ਜਾਂ ਫਿਰ ਕੈਪਟਨ ਅਮਰਿੰਦਰ ਤੇ ਮੋਦੀ ਸਾਹਿਬ ਵਾਂਗ ਗੋਲ ਗਲੁੰਡੀ ਜੀ ਪਾ ਕੇ ਤੁਰੇ ਚੱਲੋ, ਹੈ ਨਾ। ਚਲੋ ਖੈਰ, ਆਪਾਂ ਅੱਗੇ ਚੱਲਦੇ ਆ। ਮਾਮਲਾ ਬਹੁਤ ਅਹਿਮ ਆ। ਵੈਸੇ ਕਿੱਡਾ ਔਖਾ ਜੇਕਰ ਕਿਸੇ ਐਕਸਾਈਜ਼ ਪਾਲਿਸੀ ਨੂੰ ਤੁਸੀਂ ਟਰਾਂਸਪੇਰੈਂਟਲੀ ਪਬਲਿਸ਼ ਕਰ ਦਿਓ, ਉਹਦੇ ਵਿੱਚ ਹਰੇਕ ਬ੍ਰਾਂਡ ਦੀ ਕੀਮਤ ਨਿਰਧਾਰਿਤ ਕਰ ਦਿਓ, ਔਰ ਹਰੇਕ ਠੇਕੇਦਾਰ ਨੂੰ ਪਤਾ ਹੋਵੇ ਕਿ ਮੈਨੂੰ ਇੰਨੇ ਦੀ ਮਿਲਣੀ, ਮੈਂ ਇੰਨੇ ਦੀ ਵੇਚਣੀ, ਇੰਨਾ ਸਰਕਾਰ ਦਾ ਹਿੱਸਾ ਹੈ। ਲੋਕਾਂ ਨੂੰ ਪਤਾ ਹੋਵੇ, ਉਹਦੇ ਰੇਟ ਵੀ ਘਟ ਜਾਣਗੇ। ਮੇਰੇ ਖਿਆਲ ਮਾਲੀਆ ਵੀ ਚੰਗਾ ਆਊਗਾ। ਇਹਨੂੰ ਕੰਪੀਟੀਸ਼ਨ ਚ ਲੈ ਆਓ, ਇਹਨੂੰ ਖੁੱਲੇ ਬਾਜ਼ਾਰ ਚ ਲੈ ਆਓ। ਇਹ ਵੀ ਤਰੀਕੇ ਹੋ ਸਕਦੇ ਆ। ਦੱਸਿਓ ਇੰਦਰਪ੍ਰੀਤ ਜੀ, ਹਵਾਰਾ ਸਾਹਿਬ ਦਾ ਵੀ ਕੱਲ ਸੁਣਵਾਈ ਚ ਆਇਆ ਕੇਸ, ਉੱਤੇ ਜ਼ਰੂਰ ਟਿੱਪਣੀ ਦਿਓ, ਕਿਉਂਕਿ ਕੌਮੀ ਇਨਸਾਫ ਮੋਰਚਾ ਲੱਗਿਆ। ਬਿਲਕੁਲ, ਉਹ ਜਿਹੜਾ ਅਸਲ 'ਚ ਕੌਮੀ ਇਨਸਾਫ ਮੋਰਚਾ ਇੱਥੇ ਪਿਛਲੇ ਕਈ ਦਿਨਾਂ ਤੋਂ ਬੈਠਾ ਹੈ, ਔਰ ਲਗਾਤਾਰ ਰੋਜ਼ ਹੀ ਉਹਨਾਂ ਦੇ 31 ਬੰਦੇ ਜਿਹੜੇ ਹੈਗੇ ਆ, ਉਹ ਅੱਗੇ ਆ ਕੇ ਬਾਰਡਰ ਤੇ 2-2.5 ਘੰਟੇ ਦੀ ਜਿਹੜੀ ਇੱਕ ਸਿੰਬੋਲਿਕ ਹੜਤਾਲ ਕਰਕੇ ਚਲੇ ਜਾਂਦੇ ਵਾਪਿਸ। ਉਹਦੇ ਵਿੱਚ ਹੀ ਇਹਨਾਂ ਦਾ ਮਾਮਲਾ ਵੀ ਹੈਗਾ, ਜਗਤਾਰ ਹਵਾਰਾ ਹੋਰਾਂ ਨੂੰ ਛੁਡਾਉਣ ਦਾ, ਵੀ ਉਹਨਾਂ ਦੀ ਵੀ ਸਜ਼ਾਵਾਂ ਬਹੁਤ ਹੋ ਚੁੱਕੀਆਂ ਤੇ ਹਜੇ ਤੱਕ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਸ ਮਾਮਲੇ ਦੇ ਵਿੱਚ ਕੱਲ ਇੱਕ ਲੱਗੀ ਸੀਗੀ ਕਿ ਉਹਨਾਂ ਦੀ ਜਿਹੜੀ ਪੇਸ਼ੀਆਂ ਨੇ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀਆਂ ਨੇ, ਉਹਨਾਂ ਦੀ ਇੱਥੇ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ, ਤਿਹਾੜ ਜੇਲ੍ਹ ਤੋਂ ਇੱਥੇ ਲੈ ਕੇ ਆਇਆ ਜਾਏ। ਤਾਂ ਜੱਜ ਸਾਹਿਬ ਨੇ ਇਹ ਟਿੱਪਣੀ ਕੀਤੀ ਹੈ ਵੀ ਇਹ ਉਹਨਾਂ ਲਈ ਵੀ ਲਾਅ ਐਂਡ ਆਰਡਰ ਦੀ ਵੀ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਸਿਚੁਏਸ਼ਨ ਇਦਾਂ ਦੀ ਬਣਦੀ ਜਾ ਰਹੀ ਹੈ। ਸੋ ਉਹਨਾਂ ਨੇ ਮਨਾ ਕਰਤਾ ਹੈ, ਉਹ ਮੇਰੇ ਖਿਆਲ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਏਗੀ। ਦੂਜਾ ਮਾਮਲਾ ਜਿਹੜਾ ਤੁਸੀਂ ਕਿਹਾ ਕਿ ਬਹੁਤ 4 ਦਿਨ ਹੋ ਗਿਆ, ਬਿਲਕੁਲ ਠੀਕ ਹੈ, 4 ਦਿਨ ਹੋ ਗਿਆ। ਕੱਲ ਇਹਨਾਂ ਨੇ 125 ਵੀਡੀਓ ਫੁਟੇਜ ਵੀ ਛਾਣੇ ਨੇ, ਲੇਕਿਨ ਹਜੇ ਤੱਕ ਕੋਈ ਪੁਖਤਾ ਇਹਨਾਂ ਨੂੰ ਲੱਗੇ ਨਹੀਂ ਕਿ ਬੰਦੇ ਆਹ ਸਿਆਣ ਚਾਹੁੰਦੇ ਨੇ ਤੇ ਇਹਨਾਂ ਨੂੰ ਉਹਦੇ ਉੱਤੇ ਪਰਚਾ ਕੀਤਾ ਜਾਏ।
ਸੋ ਇਹ ਵੀ ਹਜੇ ਇੱਕ ਦੇਖਣ ਵਾਲੀ ਗੱਲ ਹੈ। ਇਸੇ ਕਰਕੇ ਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਖਾਸ ਤੌਰ ਤੇ ਅਕਾਲੀ ਦਲ ਨੇ, ਜਿਵੇਂ ਕੱਲ ਵੱਡਾ ਅਟੈਕ ਕੀਤਾ ਸਰਕਾਰ ਦੇ ਉੱਤੇ, ਤੇ ਵਿਕਰਮ ਮਜੀਠੀਆ ਹੋਰਾਂ ਨੇ ਵੀ ਕੀਤਾ, ਇਹਨਾਂ ਨੇ ਵੀ ਕੀਤਾ, ਸੁਖਬੀਰ ਬਾਦਲ ਹੋਣਾ ਨੇ ਵੀ ਕੀਤਾ। ਸੋ ਮੈਨੂੰ ਲੱਗ ਰਿਹਾ ਕਿ ਉਸ ਤੇ ਵੀ ਸਰਕਾਰ ਹਜੇ ਤੱਕ ਬੈਕਫੁੱਟ ਤੇ ਹੀ ਹੈ। ਹਜੇ ਕੋਈ ਡੀਜੀਪੀ ਸਾਹਿਬ ਨੇ ਕਿਹਾ ਤਾਂ ਸੀਗਾ ਕਿ ਅਸੀਂ ਜਲਦੀ ਪਰਚਾ ਕਰਾਂਗੇ, ਲੇਕਿਨ ਹਜੇ ਤੱਕ ਉਸ ਸਥਿਤੀ 'ਚ ਹਜੇ ਪਹੁੰਚੇ ਨਹੀਂ ਹੈ। ਤੀਸਰਾ ਮਾਮਲਾ ਜਿਹੜਾ ਤੁਸੀਂ ਦੇਖਿਆ ਹੋਣਾ, 2 ਇਨਸੀਡੈਂਟ ਹੋਏ ਨੇ ਨਾ ਜਿਹੜੇ ਪਿਛਲੇ, ਮਤਲਬ ਇੱਕ ਤਾਂ ਚੰਡੀਗੜ੍ਹ ਦੇ ਵਿੱਚ ਜਦੋਂ ਘੋੜਿਆਂ ਦੇ ਉੱਤੇ ਨਿਹੰਗ ਆ ਗਏ, ਉਹਦੇ ਲਈ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਡੀ ਤਾਂ ਬਿਲਕੁਲ ਤਿਆਰੀ ਹੀ ਨਹੀਂ ਹੈ, ਤਾਂ ਬਿਲਕੁਲ ਅਜੀਬ ਕਿਸਮ ਦਾ ਰੋਸ ਪ੍ਰਦਰਸ਼ਨ ਹੈ। ਤੇ ਦੂਜਾ ਜਿਹੜਾ ਅੰਮ੍ਰਿਤਪਾਲ ਹੋਰਾਂ ਨੇ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਭੀੜ ਲੈ ਕੇ, ਇਹ ਜਿਹੜੀ ਉਸ ਦਿਨ ਮੀਟਿੰਗ ਵੀ ਹੋਈ ਸੀ ਡੀਜੀਪੀ ਸਾਹਿਬ ਦੀ, ਉਸ 'ਚ ਵੀ ਅਫਸਰਾਂ ਨੇ ਕਿਹਾ ਇਹ ਗੱਲ ਕਿ ਜੀ ਇਹ ਬਿਲਕੁਲ ਨਵੇਂ ਤਰੀਕੇ ਨੇ, ਸਾਨੂੰ ਵੀ ਉਹਦੇ ਅਨੁਸਾਰ ਚੇਂਜ ਕਰਨਾ ਪਊਗਾ ਕੁਝ। ਤਾਂ ਮੁਕਤਸਰ ਦੇ ਵਿੱਚ ਇੱਕ ਪਹਿਲ ਉਹਨਾਂ ਨੇ ਜ਼ਰੂਰ ਕੀਤੀ ਹੈਗੀ ਹੈ। ਉੱਥੇ ਦੇ ਜਿਹੜੇ ਡੀਐਸਪੀ ਹੈਗੇ ਨੇ, ਉਹਨਾਂ ਨੇ ਗੱਤਕਾ ਪਾਰਟੀਆਂ ਨੂੰ ਬੁਲਾ ਕੇ ਆਪਣੇ ਪੁਲਿਸ ਵਾਲਿਆਂ ਨੂੰ ਟ੍ਰੇਨ ਕਰਨ ਦੀ ਇੱਕ ਸਿਖਲਾਈ ਦੇਣੀ ਸ਼ੁਰੂ ਕਰਤੀ ਹੈ। ਸੋ ਇਹ ਵੀ ਉਹ ਪੁਲਿਸ ਵੀ ਆਪਣੀ ਤਿਆਰੀ ਹੁਣ ਉਹ ਨਵੇਂ ਸਿਰੇ ਤੋਂ ਉਸੇ ਤਰ੍ਹਾਂ ਕਰ ਰਹੀ ਹੈ, ਜਿਸ ਤਰ੍ਹਾਂ ਦੇ ਹਥਿਆਰ ਹੁਣ ਆ ਗਏ ਤੇ ਉਸੇ ਤਰ੍ਹਾਂ ਦੇ ਬਚਾਓ ਦੇ ਤਰੀਕੇ ਵੀ ਆ ਗਏ। ਮਤਲਬ AK-47 ਦੇ ਜ਼ਮਾਨੇ 'ਚ ਤੁਸੀਂ ਮੱਧਕਾਲ ਵੱਲ ਜਾਣਾ, ਜਿੱਥੇ ਤਲਵਾਰਾਂ ਢਾਲਾਂ ਪਤਾ ਲੱਗਿਆ ਠਾਹ ਦੀ ਹੈ। ਭਾਸਕਰ ਸਾਹਿਬ ਠੀਕ ਹੈ ਨਹੀਂ, ਜਿਸ ਤਰੀਕੇ ਨਾਲ ਪੁਲਿਸ ਦੀ ਮਾਡਰਨਾਈਜੇਸ਼ਨ ਵਾਸਤੇ ਪਿੱਛੇ ਕੇਂਦਰ ਨੇ ਨਾ ਕਰਤੀ ਸੀ ਪੈਸੇ ਦੇਣ ਤੋਂ, ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਆਈਡੀਆ ਆਇਆ ਵੀ ਗੱਤਕਾ ਕੰਮ ਸੌਖਾ ਹੈ। ਤੁਸੀਂ ਸੀਨ ਦੇਖੋ, ਧਰਨਾ ਪ੍ਰਦਰਸ਼ਨ ਲੱਗਿਆ ਹੋਇਆ ਤੇ ਉੱਥੋਂ ਪੁਲਿਸ ਆ ਰਹੀ ਹੈ ਗੱਤਕਾ ਮਤਲਬ ਖੇਡਦੀ ਖੁੱਡਦੀ, ਨਾਲ ਹੀ ਉੱਥੇ ਭੱਜਦੜ ਮੱਚ ਜਾਂਦੀ ਵੀ ਆ ਗਏ। ਦਿੱਲੀ ਦੇ ਵਿੱਚ ਜਦ ਕਿਸਾਨੀ ਅੰਦੋਲਨ ਹੋਇਆ ਸੀ ਤਦ ਵੀ ਸਭ ਤੋਂ ਅੱਗੇ ਉਹ ਗੱਤਕੇ ਵਾਲੇ ਹੀ ਸੀਗੇ, ਨਿਹੰਗ ਸੀਗੇ, ਘੋੜੇ ਸੀਗੇ। ਪੰਜਾਬ ਪੁਲਿਸ ਕੋਲ ਇੱਕ ਮਾਊਂਟਡ ਪੁਲਿਸ ਨਾਂ ਦੀ ਘੋੜਿਆਂ ਵਾਲੀ ਇੱਕ ਪੂਰੀ ਫੌਜ ਹੈਗੀ ਹੈ। ਉਹ ਘੋੜੇ ਕਿੱਥੇ ਗਏ? ਹੁਣ ਉਹ PAP 'ਚ ਹੀ ਬੰਨੇ ਰਹਿ ਗਏ। ਏਦਾਂ ਦੇ ਧਰਨੇ ਪ੍ਰਦਰਸ਼ਨ ਦੇ ਵਿੱਚ ਉਹਨਾਂ ਘੋੜਿਆਂ ਦਾ ਕਿੰਨਾ ਕੁ ਇਸਤੇਮਾਲ ਹੋਏਗਾ, ਚਲੋ ਇਹ ਵੀ ਅੱਗੇ ਆਉਣ ਵਾਲੇ ਟਾਈਮ ਵਿੱਚ ਦੇਖਿਆ ਲੱਗੇਗਾ। ਪਰ ਅਜਨਾਲਾ ਇਨਸੀਡੈਂਟ ਦੇ ਉੱਤੇ 4 ਦਿਨ ਹੋਣ ਤੋਂ ਬਾਅਦ ਪੁਲਿਸ ਦੀ ਕੋਈ ਕਾਰਵਾਈ ਨਾ ਹੋਣਾ, FIR ਤੱਕ ਦਰਜ ਨਾ ਹੋਣਾ, ਮੈਨੂੰ ਇਹ ਲੱਗਦਾ ਵਿਰੋਧੀਆਂ ਨੂੰ ਇੱਕ ਹੋਰ ਮੁੱਦਾ ਦੇਣ ਦੀ ਕੋਸ਼ਿਸ਼ ਹੈਗੀ ਹੈ। ਰਾਜਾ ਵੜਿੰਗ ਉਹਨਾਂ ਨੇ ਤੇ ਇਹ ਧਮਕੀ ਦੇ ਦਿੱਤੀ ਹੈ 2 ਦਿਨਾਂ ਦੇ ਅੰਦਰ ਸੜਕਾਂ ਤੇ ਉਰਾਂਗੇ ਜਿਹੜਾ ਕੋਈ ਕਾਰਵਾਈ ਨਹੀਂ ਹੋਈ। ਔਰ DGP ਸਾਹਿਬ ਇਹ ਕਹਿ ਕੇ ਫਸ ਗਏ ਨੇ ਕਿ ਬੜੀ ਛੇਤੀ ਅਸੀਂ ਕਾਰਵਾਈ ਕਰਾਂਗੇ। ਵੀਡੀਓ ਕੀ ਖੰਗਾਲਦੇ ਨੇ, ਕਿਹਦੀ ਅਗਵਾਈ ਦੇ ਵਿੱਚ ਉਹ ਸਾਰੇ ਉੱਥੇ ਆਏ ਸੀ, ਇਹ ਸਾਰਿਆਂ ਨੂੰ ਪਤਾ ਹੈ। FIR ਤੇ ਘੱਟ ਤੋਂ ਘੱਟ ਬਣਦੀ ਸੀ, ਪਰ ਮੈਨੂੰ ਇਹ ਲੱਗਦਾ ਜਦ ਧਮਕੀ ਦਿੰਦੇ ਨੇ ਅੰਮ੍ਰਿਤਪਾਲ ਹੋਣਾ ਕਿ ਕੋਈ ਕਾਰਵਾਈ ਕੀਤੀ ਤੇ ਫੇਰ ਆ ਜਾਾਂਗੇ, ਉਸ ਗੱਲ ਤੋਂ ਵੀ ਪੁਲਿਸ ਨੂੰ ਡਰ ਲੱਗਦਾ। ਤੁਹਾਡਾ ਮਤਲਬ ਭਗਵੰਤ ਮਾਨ ਇਸ ਅਨਾਉਂਸਮੈਂਟ ਤੋਂ ਪਹਿਲਾਂ ਕਹਿਣਗੇ ਵੀ ਆਪਣਾ ਕੋਈ ਮਨ ਨਹੀਂ ਸੀ, ਆਪਾਂ ਕੋਈ ਕਾਰਵਾਈ ਕਰਨੀ ਨਹੀਂ ਸੀ, ਕਿਉਂਕਿ ਸਾਡਾ ਤੇ ਸਮਝੌਤਾ ਹੋ ਗਿਆ ਸੀ ਥਾਣੇ ਦੇ ਅੰਦਰ ਦੋਵਾਂ ਧਿਰਾਂ ਦਾ, ਤੇ ਪਰ ਇਹ ਪੰਚਾਇਤ 'ਚ ਹੋਏ ਸਮਝੌਤਿਆਂ ਤੋਂ ਮੁੱਕਰੀ ਤਾਂ ਨਹੀਂ, ਇਸ ਕਰਕੇ ਅਸੀਂ ਕਾਰਵਾਈ ਤੇ ਕਰਨੀ ਨਹੀਂ। ਪਰ ਰਾਜਾ ਵੜਿੰਗ ਤੇ ਵਿਕਰਮ ਮਜੀਠੀਆ ਇਹ ਟਲਦੇ ਨਹੀਂਗੇ, ਇਹਨਾਂ ਕਰਕੇ ਸਾਨੂੰ ਕਰਨੀ ਪੈ ਰਹੀ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਮਤਲਬ ਆਪਾਂ ਪੋਲਿਟਿਕਸ ਵੀ ਕਰਾਂਗੇ, ਸਟੇਟ ਦੇ ਮੁਖੀ ਹੋਣ ਦੇ ਫਰਜ਼ ਵੀ ਅਦਾ ਕਰਾਂਗੇ, ਪਰ ਆਪਣੇ ਮੋਢੇ ਤੇ ਪੂਰਾ ਮਿੱਟੀ ਨਹੀਂ ਲੱਗਣ ਦੇਣੀ, ਕਬੱਡੀ ਖੇਡਣੀ ਹੈ ਨਾ। ਚਲੋ ਅੱਗੇ ਚੱਲ, ਲਾਸਟ ਵਿੱਚ ਇਹ ਵੀ ਭਾਸਕਰ ਸਾਹਿਬ ਦੋਵੇਂ ਰਲ ਕੇ ਹੀ ਲੈ ਲਓ। ਮਾਨ ਸਾਹਿਬ ਕਹਿੰਦੇ ਆ ਵੀ ਆ BJP ਦੇ ਨਵੇਂ ਪੁਰਾਣੇ ਕਾਂਗਰਸੀ ਤੇ ਨਵੇਂ ਭਾਜਪਾਈਏ ਇਹ ਗਵਰਨਰ ਹਾਊਸ ਦੇ ਆਸ-ਪਾਸ 'ਚ ਮੰਡਰਾਉਂਦੇ ਰਹਿੰਦੇ। ਤੁਹਾਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਹੌਲੀ ਹੌਲੀ ਉੱਥੇ ਤੁਰਦੇ ਹੋਣਗੇ ਤੇ ਉੱਥੇ ਹੀ ਆਪਣਾ ਰਾਣਾ ਸੋਢੀ ਤੇ ਉੱਥੇ ਹੀ ਕਾਂਗੜ, ਉੱਥੇ ਹੀ ਜਾਖੜ ਸਾਹਿਬ, ਤੁਹਾਨੂੰ ਲੱਗਿਆ ਕਦੇ ਦੇਖੇ ਉੱਥੇ? ਮੈਨੂੰ ਤਾਂ ਕਦੇ ਦਿਸੇ ਨਹੀਂ, ਮੈਂ ਗਿਆ 2-4 ਵਾਰੀ। ਮਾਨ ਸਾਹਿਬ ਦਾ ਘਰ ਨੇੜੇ ਹੀ ਪੈਂਦਾ, ਉੱਥੋਂ ਉਹਨਾਂ ਨੂੰ ਦਿਸੇ ਹੋਣੇ ਆ, ਤੇ ਤਾਂ ਕਰਕੇ, ਕਿਉਂਕਿ ਦੇਖੋ ਭਾਵੇਂ ਦਿਸੇ ਜਾਂ ਨਹੀਂ ਦਿਸੇ, ਗਵਰਨਰ ਸਾਹਿਬ ਕੋਲ ਸੁਖਬੀਰ ਸਿੰਘ ਬਾਦਲ ਹੋਣਾ, BJP ਦੇ ਲੀਡਰਾਂ ਦਾ ਚੱਕਰ ਤੇ ਬਹੁਤ ਲੱਗਦਾ ਅੱਜ ਦੀ ਡੇਟ 'ਚ। ਗੱਲ ਦੇ ਉੱਤੇ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇ ਆਉਂਦੇ ਨੇ, ਔਰ ਗਵਰਨਰ ਸਾਹਿਬ ਉਹਨਾਂ ਚਿੱਠੀਆਂ ਦੇ ਉੱਤੇ ਅੱਗੇ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖ ਦਿੰਦੇ ਨੇ। ਪਿਛਲੀ ਚਿੱਠੀ ਦੇ ਵਿੱਚ ਅੱਧੇ ਇਸ਼ੂ ਇਦਾਂ ਦੇ ਸੀਗੇ ਜਿਹੜੇ ਆਪੋਜੀਸ਼ਨ ਲੀਡਰਾਂ ਨੇ ਚਿੱਠੀ ਲਿਖੀ ਸੀ, ਉਹਨਾਂ ਚਿੱਠੀਆਂ ਨੂੰ ਹੀ ਇੱਕ ਤਰੀਕੇ ਨਾਲ ਨੋਟਿੰਗ ਜਾਂ ਪਾ ਕੇ ਭਗਵੰਤ ਮਾਨ ਉਹਨਾਂ ਨੂੰ ਉਹ ਪਾ ਦਿੱਤੀ ਸੀ। ਇਸ ਚਿੱਠੀ ਦਾ ਜਵਾਬ ਨਹੀਂ ਦਿੱਤਾ। ਨਵਲ ਕਿਸ਼ੋਰ ਦਾ ਤੁਸੀਂ, ਬਾਜਵਾ ਸਾਹਿਬ ਨੇ ਮੈਨੂੰ ਪੁੱਛਿਆ, ਮੈਂ ਤੁਹਾਨੂੰ ਪੁੱਛਣਾ। ਚਲੋ ਹੁਣ ਇਹ ਗੱਲਾਂ ਤੇ ਠੀਕ ਹੈ ਕਿ ਉਹ ਉਸ ਪਾਸੇ ਤੁਰਦੇ ਨੇ। ਅਜਨਾਲਾ ਇਨਸੀਡੈਂਟ ਤੋਂ ਬਾਅਦ ਸਭ ਤੋਂ ਪਹਿਲਾ ਬਿਆਨ ਆਇਆ ਕੈਪਟਨ ਅਮਰਿੰਦਰ ਸਿੰਘ ਦਾ, ਲੋੜ ਹੈਗੀ ਹੈ ਪ੍ਰੈਜ਼ੀਡੈਂਟ ਰੂਲ ਦੀ। ਫਿਰ ਉਸ ਤੋਂ ਬਾਅਦ ਉਹ तमाम ਲੀਡਰ, ਔਰ ਉਹਨਾਂ ਲੀਡਰਾਂ ਦੇ ਨਾਂ ਆ ਰਹੇ ਨੇ ਜਿਹੜੇ ਨਵੇਂ ਭਾਜਪਾਈ ਬਣੇ ਨੇ, ਪਹਿਲੇ ਕਾਂਗਰਸੀ ਹੁੰਦੇ ਸੀਗੇ। ਕੱਲ ਭਗਵੰਤ ਮਾਨ ਉਹਨਾਂ ਨੇ ਵੀ ਉਹਨਾਂ ਸਾਰੇ ਲੀਡਰਾਂ ਦਾ ਨਾਂ ਲਿਆ। ਕਾਂਗਰਸੀ ਜਿਹੜੇ ਭਾਜਪਾਈ ਹੋ ਗਏ ਨੇ, ਜਿਹੜੇ ਆਲਰੇਡੀ ਐਂਟੀ ਪੰਜਾਬ ਦੇ ਨਾਂ ਤੇ ਜਾਣੇ ਜਾਂਦੇ ਨੇ, ਪੰਜਾਬ ਦੇ ਵਿਰੋਧੀ ਜਾਣੇ ਜਾਂਦੇ ਨੇ, ਉਹ ਅੱਜ ਕੱਲ ਗਵਰਨਰ ਸਾਹਿਬ ਦੇ ਆਸ-ਪਾਸ ਜਾਂ ਉਹਨਾਂ ਦੀ ਕੋਠੀ ਦੇ ਬਾਹਰ ਘੁੰਮਦੇ ਰਹਿੰਦੇ ਨੇ ਕਿ ਵੀ ਅੰਦਰੋਂ ਕੋਈ ਆਰਡਰ ਆਏ, ਕੋਈ ਰਿਪੋਰਟ ਜਾਏ
ਤੇ ਆਪਾਂ ਫਟ ਲਪਕ ਕੇ ਇਸ ਕੇਸ ਨੂੰ ਹੋਰ ਸਟਰੋਂਗ ਕਰਨ। ਚਲੋ ਇਹ ਹਜੇ ਤੇ ਹਾਸੇ ਠੱਟੇ ਦੀ ਹੈ, ਲੇਕਿਨ ਅਗਰ ਇਹ ਗੱਲਾਂ ਵਾਕਈ ਤੁਰ ਪਈਆਂ ਤੇ ਫਿਰ ਇਹ ਜਿਹੜੇ 6-7 ਬੰਦੇ ਨੇ ਜਿਹੜੇ ਗਵਰਨਰ ਸਾਹਿਬ ਦੀ ਕੋਠੀ ਤੋਂ ਬਾਹਰ ਮਾਨ ਸਾਹਿਬ ਦੇ ਹਿਸਾਬ ਨਾਲ ਘੁੰਮਦੇ ਨੇ, ਇਹ ਅੰਦਰ ਨਜ਼ਰ ਆਣਗੇ ਜੀ। ਲਾਸਟ ਟਿੱਪਣੀ ਇੰਦਰਪ੍ਰੀਤ ਜੀ, ਵੈਸੇ ਤਾਂ ਹੁਣ ਗਵਰਨਰ ਰਾਜ ਰਾਸ਼ਟਰਪਤੀ ਸ਼ਾਸਨ ਸੰਭਵ ਹੈ ਨਹੀਂ, ਪਰ ਜੇਕਰ ਸੱਚਮੁੱਚ ਇਹਦੇ ਲਈ ਪੇਸ਼ਬੰਦੀਆਂ, ਇਹਦੇ ਲਈ ਪੁਖਤਾ ਆਧਾਰ ਬਣਾ ਲਏ ਜਾਣ ਤੇ ਕੋਈ ਕਾਰਨ ਵੀ ਨਹੀਂ ਕਿ ਇਹ ਚੀਜ਼ ਜੱਗੋਂ ਤੇਰਵੀਂ ਹੋ ਸਕਦੀ ਹੈ। ਪਰ ਭਗਵੰਤ ਮਾਨ ਦਾ ਇਹ ਇਲਜ਼ਾਮ ਵੀ ਇਹ ਤਾਂ ਟਿਕਟ ਹੀ ਲਾ ਕੇ ਬੈਠੇ ਆ ਵੀ ਕਿਸ ਦਿਨ ਗਵਰਨਰ ਰਾਜ ਹੋਵੇ ਤੇ ਸਾਡੀ ਪੌਂ ਬਾਰਾਂ ਹੋਵੇ, ਇਹ ਵਾਕਈ ਦਿਲਚਸਪ ਪੈਸੇ ਗੱਲ ਤੁਰਦੀ ਹੈ ਜੀ। ਦੇਖੋ ਰੰਧਾਵਾ ਸਾਹਿਬ, ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸਾਰੇ ਉਹ ਲੋਕ ਨੇ ਜਿਹੜੇ ਕਦੇ ਇਹ ਸੋਚ, ਜਿਨ੍ਹਾਂ ਦੇ ਕਦੀ ਸੋਚ ਇਹ ਸੀ ਵੀ ਉਹਨਾਂ ਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ, ਉਹ ਤਾਂ ਬਸ ਜੰਮੇ ਹੀ ਰਾਜ ਕਰਨ ਵਾਸਤੇ ਨੇ। ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇੱਕ ਆਈਨਾ ਦਿਖਾਇਆ, ਉਸ ਦਾ ਥੋੜਾ ਜਿਹਾ ਤਾਂ ਉਸ ਤੋਂ ਚਿੜੇ ਹੀ ਹੋਣੇ ਇਹ ਲੋਕ। ਤਾਂ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਜਿਹੜੇ ਨਵੇਂ ਆ ਰਹੇ ਆ ਉਹ ਤਾਂ ਬਿਲਕੁਲ ਰਾਜ ਕਰ ਹੀ ਨਹੀਂ ਸਕਦੇ, ਇਹ ਬਰਬਾਦ ਕਰ ਦੇਣਗੇ ਸਟੇਟ ਨੂੰ। ਇਸ ਕਰਕੇ ਹਰ ਛੋਟੀ ਛੋਟੀ ਇਨਸੀਡੈਂਟ ਦੇ ਉੱਤੇ ਉਹ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਦੇ ਰਹਿੰਦੇ ਨੇ, ਜਦਕਿ ਉਹ ਜਦੋਂ ਆਪ ਸੱਤਾ ਵਿੱਚ ਹੁੰਦੇ ਆ ਫਿਰ ਉਦੋਂ ਕੋਈ ਇਹ ਮੰਗ ਕਰ ਲੇ ਤਾਂ ਤੁਸੀਂ ਦੇਖੋ ਵੀ ਇਹ ਕਿਵੇਂ ਉਹਨਾਂ ਨੂੰ ਪੈਂਦੇ ਕਿ ਜੀ ਚੁਣੀ ਹੋਈ ਸਰਕਾਰ ਨੂੰ ਇਹ ਕਿਸ ਤਰ੍ਹਾਂ ਸਿੱਟਿਆ ਜਾ ਸਕਦਾ ਹੈ। ਸੋ ਮੈਨੂੰ ਇਹ ਨਹੀਂ ਲੱਗਦਾ ਕਿ ਹੁਣ ਕਿਸੇ ਵੀ ਸੈਂਟਰ ਗਵਰਨਮੈਂਟ ਵਾਸਤੇ ਕਿਸੇ ਸਟੇਟ ਦੀ ਗਵਰਨਮੈਂਟ ਨੂੰ 356 ਲਗਾ ਕੇ ਸਿੱਟਣਾ ਕੋਈ ਆਸਾਨ ਹੋਏਗਾ। ਇਹਦਾ ਬਹੁਤ ਜ਼ਿਆਦਾ ਪ੍ਰਭਾਵ, ਦੂਰਗਾਮੀ ਪ੍ਰਭਾਵ ਪੈਂਦਾ। ਇਸ ਕਰਕੇ ਮੈਨੂੰ ਲੱਗਦਾ ਕਿ ਇਸ ਪਾਸੇ ਤਾਂ ਨਹੀਂ ਹੋ ਜਾਣਗੇ। ਹਾਂ, ਇਹਨਾਂ ਲਈ ਜ਼ਰੂਰ ਇਹ ਸਥਿਤੀਆਂ ਇਦਾਂ ਦੀਆਂ ਪੈਦਾ ਕਰਦੇ ਰਹਿਣਗੇ ਕਿ ਦੇਖੋ ਜੀ ਲਾਅ ਐਂਡ ਆਰਡਰ ਖਰਾਬ ਹੋ ਗਿਆ, ਮਤਲਬ ਥਾਣੇ ਤੇ ਹਮਲਾ ਹੋ ਗਿਆ, ਥਾਣੇ ਨੂੰ ਕਬਜ਼ਾ ਕਰ ਲਿਆ, ਇਸ ਤਰ੍ਹਾਂ ਦੀਆਂ ਸਥਿਤੀਆਂ ਜ਼ਰੂਰ ਇਹ ਮਤਲਬ ਜਦੋਂ ਆਣਗੀਆਂ ਤਾਂ ਇਹ ਸਟੇਟਮੈਂਟਸ ਜ਼ਰੂਰ ਦਿੱਤੇ ਆ ਜਾਣਗੀਆਂ। ਪਰ ਇਸ ਤਰ੍ਹਾਂ ਦੇ ਹਾਲਾਤ ਬਣਾ ਦੇਣ ਕਿ ਜੀ ਸਰਕਾਰ ਸਿੱਟ ਦੇ, ਤੇ ਮੈਨੂੰ ਇਹ ਲੱਗਦਾ ਨਹੀਂ ਕਿ ਇੰਨਾ ਸੌਖਾ ਹੈਗਾ। ਮੈਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਰੀ ਮੌਕੇ ਤੇ ਗਵਰਨਰਸ਼ਿਪ ਲੈਣ ਤੋਂ ਇਸੇ ਕਰਕੇ ਨਾ ਕਰਤੀ ਵੀ ਪੰਗੇ ਬੜੇ ਲੈਣੇ ਪੈਂਦੇ ਆ, ਐਵੇਂ ਮੁਫਤ ਦੀ ਸਿਰ ਪੀੜਾ ਆਪਾਂ ਨਹੀਂ ਲੈਣੀ, ਆਪਾਂ ਤਾਂ ਰਿਲੈਕਸ ਹੋ ਕੇ ਜੀਣਾ। ਫਾਰਮ ਹਾਊਸ ਬੜਾ ਚੰਗਾ, ਹੁਣ ਕਿਸੇ ਦਿਨ ਜਾਂਦੇ ਆ, ਮੌਸਮ ਚੰਗਾ ਹੋ ਗਿਆ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ ਉੱਥੇ ਘੁੰਮਣ ਫਿਰਨ ਦਾ ਬਹੁਤ ਆਨੰਦ ਆ। ਚਲੋ ਨਹੀਂ, ਵਾਕਈ ਬਹੁਤ ਸੋਹਣਾ ਹੈ ਨਾ, ਵਾਕਿਆ ਸੋਹਣਾ ਹੈ। ਜਾਂ ਉਹਨੇ ਕਿਸੇ ਦਿਨ ਕੈਪਟਨ ਸਾਹਿਬ ਮੈਨੂੰ ਲੱਗਦਾ ਸਾਨੂੰ ਘੱਟੋ ਘੱਟ ਇਤਿਹਾਸ ਤੇ ਪੜ੍ਹਾਈ ਦੇਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਜੀ।